ਅਸੀਂ ਬਾਰ-ਬਾਰ ਇਹੀ ਗੱਲ ਕਰਦੇ ਹਾਂ ਕਿ ਜਿਹੜੀ ਉਮੀਦਾਂ ਹੈਗੀਆਂ ਨੇ ਲਗਾਤਾਰ ਮੀਟਿੰਗ ਦਾ ਦੌਰ ਜਾਰੀ ਹੈ ਜੀ, ਹੱਲੇ ਵੀ ਗੱਲਬਾਤ ਚੱਲ ਰਹੀ ਹੈ। ਤੁਹਾਡੇ ਆਗੂ ਨਾਲ ਕੋਈ ਮੈਸੇਜ ਨਾਲ ਗੱਲ ਹੋਈ ਹੋਏ? ਹੋਈ ਹੈ ਜੀ ਗੱਲ, ਅਜੇ ਮੀਟਿੰਗ ਚੱਲ ਰਹੀ ਹੈ ਜੀ। ਸਾਨੂੰ ਉਮੀਦ ਹੈਗੀ ਜੀ ਕੋਈ ਹੱਲ ਨਿਕਲ ਜਾਵੇ ਤਾਂ ਵਧੀਆ, ਨਹੀਂ ਅਸੀਂ ਤਾਂ ਸਾਲ ਦੇ ਉੱਥੇ ਹੀ ਬੈਠਾਂਗੇ ਜੀ। ਕਿੰਨੀ ਦੇਰ ਪਹਿਲਾਂ ਤੁਹਾਡੇ ਕੋਲ ਮੈਸੇਜ ਆਇਆ? ਹਾਂ ਹੋ ਗਈ 10-15 ਮਿੰਟ ਜੀ। ਅਜੇ ਕੀ ਕਹਿੰਦੇ ਨੇ, ਕੀ ਆਸ ਬੰਦੀ ਹੈ? ਅਜੇ ਆਸ ਬੰਦੀ ਹੈ ਜੀ, ਅਜੇ ਕਹਿ ਰਹੇ ਨੇ ਜੀ ਜ਼ੋਰ ਲੱਗ ਰਿਹਾ ਜੀ ਕਿਸਾਨਾਂ ਦਾ, ਸਾਡੇ ਜਥੇਬੰਦੀਆਂ ਦਾ ਪੂਰਾ ਜੀ। ਦੇਖੋ ਜੀ ਕੀ ਬਣਦਾ ਜੀ। गौरव, एक जिक्र करन गल यही है कि जी मीटिंग चल रही है, इत्थे भी मैसेज आ रहे हैं कि हाँ कुछ ना कुछ निकल के आएगा, डटे हुए ने उधर भी तो इधर भी। देखो जी बहुत सूझवान नेता ने साडे, बहुत तैयारी करके मीटिंग दे विच बैठे ने। शुक्रगुजार आ सच्चे पातशाह दा, जे नतीजा अच्छा आ जे उम्मीद है, पर अजे कुछ नहीं कह सकते जी। क्योंकि न्यूज़ 18 थानू एक एक्सक्लूसिव न्यूज़ दिता हमेशा, ये भी दस रहे ने कि ਜਿਹੜੇ ਮੰਤਰੀਆਂ ਦੀ ਹੈ 3 ਮੰਤਰੀਆਂ ਦੀ ਮੀਟਿੰਗ ਅਲੱਗ ਤੋਂ ਚੱਲ ਰਹੀ ਹੈ। ਕਿਸਾਨ ਆਗੂਆਂ ਨਾਲ ਜਿਹੜੇ ਅਧਿਕਾਰੀ ਨੇ ਉਹ ਗੱਲ ਕਰ ਰਹੇ, ਲੇਕਿਨ 3 ਮੰਤਰੀਆਂ ਦੀ ਅਲੱਗ ਮੀਟਿੰਗ ਚੱਲ ਰਹੀ ਹੈ, ਯਾਨੀ ਕਿਤੇ ਨਾ ਕਿਤੇ ਹੱਲ ਕੱਢਣ ਦੀ ਕਵਾਇਦ ਹੈ ਉਹ ਜਾਰੀ ਹੈ। ਬੜੀ ਅੱਛੀ ਗੱਲ ਹੈ ਜੀ, ਅਸੀਂ ਤਾਂ ਸਬਰ ਸੰਤੋਖ ਨਾਲ ਬੈਠੇ ਹਾਂ ਉੱਥੇ ਵੀ। ਚਲੋ ਅਸੀਂ ਫਿਰ ਵੀ ਧੰਨਵਾਦੀ ਹੋਵਾਂਗੇ ਸਰਕਾਰ ਦਾ, ਇਹ ਜੇ ਸਾਡਾ ਹੁਣ ਵੀ ਅਜੇ ਕੁਝ ਨਹੀਂ ਵਿਗੜਿਆ ਹੈਗਾ, ਜੇ ਹੁਣ ਵੀ ਇਹ ਸਹੀ ਫੈਸਲਾ ਲੈ ਲੈਣ। ਅਸਲ ਜਿਹੜੀ ਮੇਨ ਗੱਲ ਹੈ ਉਹ ਤਾਂ ਉਹਨਾਂ ਤੋਂ ਆਇਆਂ ਤੋਂ ਹੀ, ਰਿਜ਼ਲਟ ਆਇਆਂ ਤੋਂ ਹੀ ਕੁਝ ਕਹਿ ਸਕਦੇ ਹਾਂ ਆਪਾਂ। ਚਲੋ ਇੱਕ ਮੈਸੇਜ ਜਿੱਦਾਂ ਇਹਨਾਂ ਨੇ ਕਿਹਾ ਕਿ ਕੁਝ ਨਾ ਕੁਝ ਆਸ ਬੰਦੀ ਹੈ। ਹਾਂਜੀ ਪੂਰੀ ਆਸ ਹੈ ਜੀ, ਮੈਸੇਜ ਆ ਰਹੇ ਨੇ ਸਾਡੇ 10-15 ਮਿੰਟਾਂ ਬਾਅਦ ਆ ਰਹੇ ਨੇ, ਕਹਿੰਦੇ ਗੱਲਬਾਤ ਪੂਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਜੀ। ਕੋਈ ਲੱਗਦਾ ਜੀ ਸਾਨੂੰ ਕੋਈ ਮਸਲਾ ਹੱਲ ਹੋ ਜਾਊਗਾ ਜੀ, ਜੇ ਨਹੀਂ ਹੋਊਗਾ ਜੀ ਅਸੀਂ ਸਾਲ ਸਾਰਾ ਇੱਥੇ ਹੀ ਬੈਠਾਂਗੇ ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ ਭਾਜੀ? ਆਸ ਤਾਂ ਸਾਡੀ ਇਹੀ ਹੈ ਜੀ ਵੀ ਸਾਡਾ ਜਿਹੜਾ ਮਸਲਾ ਇਹ ਹੱਲ ਹੋ ਜੇ, ਇਹ ਰੱਦ ਹੋਣੇ ਚਾਹੀਦੇ ਆ ਕਾਨੂੰਨ ਜੀ। ਅਸਲ ਤਾਂ ਜ਼ਿਮੀਂਦਾਰ ਕਿਸਾਨ ਇਸੇ ਦੇ ਅੜੇ ਨੇ ਵੀ ਜਿਹੜੇ ਕਾਨੂੰਨ ਨੇ ਇਹ ਰੱਦ ਹੋਣੇ ਚਾਹੀਦੇ ਆ। ਇਹ ਸਾਰਾ ਇੱਕ ਇਸੇ ਕਰਕੇ ਸਾਰੇ ਜਿੰਨੇ ਵੀ ਜਥੇਬੰਦੀਆਂ ਨੇ ਇਸੇ ਦੇ ਅੜੇ ਹੋਏ ਨੇ ਵੀ ਇਹ ਤਿੰਨੇ ਕਾਨੂੰਨ ਬੰਦ ਹੋਣੇ ਚਾਹੀਦੇ ਆ, ਬੰਦ ਹੋ ਜਾਣ। ਦੇਖੋ ਇੱਥੇ ਕੋਈ ਵੀ ਇਨਸਾਨ ਜਿਹੜਾ ਆਇਆ, ਠੀਕ ਹੈ, ਉਹ ਕੋਈ ਦਿਮਾਗ ਤੋਂ ਤਾਂ ਖਰਾਬੀ ਹੈ ਨਹੀਂ ਕਿਸੇ, ਨਾ ਸਾਡੇ ਕਿਸਾਨਾਂ ਕੋਲ ਇੰਨਾ ਵੇਲ ਹੈ ਕਿ ਉਹ ਇੰਨਾ ਟਾਈਮ ਕੱਢ ਕੇ ਇੱਥੇ ਆ ਕੇ ਬੈਠਣ। ਠੀਕ ਹੈ, ਇਹ ਸਰਕਾਰ ਨੂੰ ਅੱਜ ਸਮਝ ਆਵੇ, ਕੱਲ ਸਮਝ ਆਵੇ, ਮਹੀਨੇ ਬਾਅਦ ਸਮਝ ਆਵੇ ਵੀ ਇਹਦੇ ਉੱਤੇ ਜਿੱਥੇ ਆ ਕੇ ਸਟੈਂਡ ਲੈ ਲਿਆ। ਠੀਕ ਹੈ, 4 ਮਹੀਨਿਆਂ ਤੋਂ ਲਗਾਤਾਰ ਸਟਰਗਲ ਚੱਲ ਰਹੀ ਹੈ। 4 ਮਹੀਨਿਆਂ ਤੋਂ ਇੱਕ ਗੱਲ ਵਾਜਬ ਤਰੀਕੇ ਨਾਲ ਸਮਝਾਈ ਜਾ ਰਹੀ ਹੈ ਕਿ ਇਹ ਫੈਸਲਾ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਇਸ ਤੋਂ ਬਾਅਦ ਕੀ ਕਲੈਰੀਫਿਕੇਸ਼ਨ ਚਾਹੀਦੀ ਹੈ? ਠੀਕ ਹੈ, ਇੱਕ ਜ਼ਿੰਮੇਦਾਰ ਪ੍ਰਧਾਨ ਮੰਤਰੀ ਦਾ ਮਤਲਬ ਹੁੰਦਾ ਕਿ ਉਹ ਆਪਦੇ ਆਵਾਮ ਨੂੰ, ਆਪਦੀ ਜੋ ਉਹਦੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ, ਉਹ ਕੋਈ ਉੱਪਰੋਂ ਡਿੱਗ ਕੇ ਸਾਡਾ ਸ਼ਾਸਕ ਨਹੀਂ ਬਣ ਗਿਆ ਵੀ ਉਹ ਆਪਦੀ ਤਾਨਾਸ਼ਾਹੀ ਦੇ ਉੱਤੇ ਉਤਰਿਆ ਹੈ ਵੀ ਮੈਂ ਐਦਾਂ ਕਰੂੰ। ਠੀਕ ਹੈ, ਉਸੇ ਆਵਾਮ ਨੇ ਬਣਾਇਆ। ਠੀਕ ਹੈ, ਉਸ ਆਵਾਮ ਦੀ ਆਵਾਜ਼ ਸੁਣਨੀ ਉਹਦਾ ਪਹਿਲਾ ਧਰਮ ਬਣਦਾ। ਠੀਕ ਹੈ, ਧਰਮ ਦੇ ਨਾਂ ਦੇ ਉੱਤੇ, ਜਾਤੀ ਦੇ ਨਾਂ ਦੇ ਉੱਤੇ, ਉਸ ਤੋਂ ਬਾਅਦ ਹੁਣ ਸਾਡੀਆਂ ਜ਼ਮੀਨਾਂ ਦੇ ਉੱਤੇ ਹਰ ਪਾਸੇ ਉਹ ਗਲਤ ਹੱਥਕੰਡੇ ਜਿਹੜੇ ਵਰਤੇ ਆ। ਜੇ ਆਪਾਂ ਹੁਣ ਦੀ ਗੱਲ ਕਰੀਏ, ਇਸ ਕ੍ਰਿਸ਼ੀ ਕਾਨੂੰਨ ਦੀ ਗੱਲ ਕਰੀਏ, ਮੀਟਿੰਗਾਂ ਦਾ ਦੌਰ ਜਾਰੀ ਹੈ। ਜਦੋਂ ਮੀਟਿੰਗ ਹਾਲੇ ਇੰਨੀ ਦੇਰ ਚੱਲ ਰਹੀ ਹੈ, 6-7 ਘੰਟੇ ਹੋ ਗਏ ਹੈ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਵੀ ਇਹ ਤਾਂ ਇਸ ਗੱਲ ਦਾ ਅਹਿਸਾਸ ਹੈ ਕਿ ਹਾਂ ਹੱਲ ਤਾਂ ਕੱਢਣਾ ਹੀ ਪੈਣਾ? ਅਹਿਸਾਸ ਵੀ ਹੈ ਔਰ ਉਹਨਾਂ ਨੂੰ ਪਤਾ ਵੀ ਹੈ। ਇਹ ਪੰਜਾਬ ਐਵੇਂ ਨਹੀਂ ਉੱਠ ਕੇ ਤੁਰਦਾ। ਪੰਜਾਬ ਅੱਜ ਕਲਪਿਆ ਪਿਆ। ਤੁਸੀਂ ਘਰ ਘਰ ਦੀ ਹਾਲਤ ਦੇਖ ਲਓ। ਇੱਥੇ ਜਿੰਨੇ ਵੀ ਕਿਸਾਨ ਵੀਰ ਬੈਠੇ ਆ ਕੇ, ਇਹ ਕੋਈ ਮੇਲਾ ਦੇਖਣ ਥੋੜੀ ਆਏ ਆ, ਪਿੱਛੇ ਬੱਚੇ ਆ। ਠੀਕ ਹੈ, ਪਰਿਵਾਰ ਨੇ ਮਜਬੂਰੀ ਦੇ ਮਾਰੇ ਆ ਕੇ ਬੈਠੇ। ਸਰਕਾਰ ਨੂੰ ਪਹਿਲਾਂ ਵੀ ਪਤਾ ਸੀ ਵੀ ਕਾਨੂੰਨ ਗਲਤ ਹੈ। ਠੀਕ ਹੈ, ਉਹ ਤਾਂ ਸਿਰਫ ਸਾਡੀ ਉਹਨਾਂ ਨੇ ਨਬਜ ਟੋਕੇ ਦੇਖੀ ਹੈ ਵੀ ਕੀ ਇਹ ਚੀਕ ਮਾਰਦੇ ਕਿ ਨਹੀਂ ਮਾਰਦੇ। ਠੀਕ ਹੈ, ਪਰ ਉਹਨੂੰ ਇੰਨਾ ਨਹੀਂ ਪਤਾ ਵੀ ਜੇ ਸਾਡੀ ਚੀਕ ਮਰਵਾਉਣ ਦੇ ਉੱਤੇ ਆਇਆ ਤੇ ਚੀਕਾਂ ਦਾ ਅਸੀਂ ਵੱਡੇ ਵੱਡੇ ਸ਼ਾਸਕਾਂ ਦੀਆਂ ਕਢਾਈਆਂ ਹੋਈਆਂ ਨੇ। ਇਹ ਪੰਜਾਬ ਨੂੰ ਵਰਦਾਨ ਹੈ, ਇਹ ਗੁਰੂਆਂ ਦੇ ਆਸ਼ੀਰਵਾਦ ਨੇ, ਗੁਰੂਆਂ ਦੀ ਧਰਤੀ ਹੈ ਇਹ। ਸਾਡੇ ਉੱਤੇ ਜਿਹੜਾ ਕੋਈ ਨਜਾਇਜ਼ ਕਰਕੇ ਆਉਂਦਾ, ਠੀਕ ਹੈ, ਉਹਨੂੰ ਉਹ ਭੁਗਤਣੀ ਪੈਂਦੀ ਹੈ, ਉਹਦਾ ਨਾਮੋ ਨਿਸ਼ਾਨ ਇਸ ਦੁਨੀਆ ਤੋਂ ਹੀ ਖਤਮ ਹੁੰਦਾ। ਇੱਕ ਇਹਦੇ ਵਿੱਚ ਇੰਪੋਰਟੈਂਟ ਗੱਲ ਇਹ ਵੀ ਆਈ ਹੈ ਕਿ ਜਿੱਦੇ ਤੁਹਾਡੇ ਆਗੂ ਮੀਟਿੰਗ ਕਰਨ ਜਾਂਦੇ ਨੇ, ਔਰ ਅੱਜ ਦੀ ਮੀਟਿੰਗ ਇਸ ਕਰਕੇ ਖਾਸ ਹੈ ਕਿ ਲਗਾਤਾਰ 6-7 ਘੰਟੇ ਪਹਿਲਾਂ ਵੀ ਮੀਟਿੰਗ ਹੁੰਦੀ ਰਹੀਆਂ, ਇਹ ਚੌਥੇ ਗੇੜ ਦੀ ਮੀਟਿੰਗ ਹੈ। ਹੁਣ ਕੀ ਲੱਗਦਾ ਕਿ ਕਿਹੜੀ ਸਟੇਜ ਤੇ ਪਹੁੰਚ ਚੁੱਕੀ ਹੋਣੀ ਚਾਹੀਦੀ ਹੈ? ਕਿਉਂਕਿ ਮੰਗ ਤੁਹਾਡੀ ਵੀ ਕਲੀਅਰ ਹੈ, ਸਰਕਾਰ ਨੂੰ ਵੀ ਪਤਾ ਹੈ। ਸਰਕਾਰ ਨੂੰ ਵੀ ਪਤਾ ਜੀ, ਪਤਾ ਜ਼ਿਮੀਂਦਾਰਾਂ ਨੂੰ ਵੀ ਹੈ। ਇਸੇ ਕਰਕੇ ਜਿਹੜੀ ਸਰਕਾਰ ਹੈ ਇਹ ਸਾਡੇ ਵਾਲੇ ਉੱਤੇ ਨਹੀਂ ਆ ਰਹੀ ਹੈ। ਸਰਕਾਰ ਕਹਿ ਰਹੀ ਹੈ ਵੀ ਇਹਨੂੰ ਗੇੜ ਦੇ ਰਹੀ ਹੈ। ਸਰਕਾਰ ਕਹਿ ਰਹੀ ਹੈ ਵੀ ਇਹਦਾ ਕੋਈ ਹੱਲ ਲੱਭ ਲਾਂਗੇ ਜਾਂ ਹੋਰ ਕੋਈ
ਦੂਜੇ ਪਾਸੇ ਗੇੜ ਸਰਕਾਰ ਦੂਜੇ ਪਾਸੇ ਲੈ ਜਾਂਦੀ ਹੈ। ਕਿ ਲਗਾਤਾਰ ਇੰਨੀ ਦੇਰ ਮੀਟਿੰਗ ਦਾ ਮਤਲਬ ਪਤਾ ਹੀ ਹੈ ਕਿ ਕੀ ਹੋਣਾ ਚਾਹੀਦਾ। ਦੇਖੋ ਜੀ ਉਹਨਾਂ ਕੋਲੇ ਸਾਰੀਆਂ ਸੀਆਈਡੀਆਂ ਨੇ, ਸਾਰਾ ਕੁਝ ਦੇਖ ਰਹੇ ਨੇ, ਮੀਡੀਅਮ ਰਾਹੀਂ ਵੀ ਦੇਖ ਰਹੇ ਨੇ ਵੀ ਉਹਨਾਂ ਨੂੰ ਵੀ ਹੁਣ ਮਜਬੂਰ ਹੋਣਾ ਪਏਗਾ। ਪਹਿਲਾਂ ਤਾਂ ਮੋਦੀ ਸਾਹਿਬ ਉੱਥੇ ਬਨਾਰਸ ਦੇ ਵਿੱਚ ਬੋਲ ਕੇ ਵੀ ਆਏ ਨੇ ਵੀ ਇਹ ਤਾਂ ਉਵੇਂ ਇਹਨਾਂ ਦਾ ਸਾਡੇ ਫੈਸਲਿਆਂ ਦਾ ਰਿਜ਼ਲਟ ਬਹੁਤ ਅੱਛਾ ਮਿਲੇਗਾ, ਇਹਨਾਂ ਨੂੰ ਤਾਂ ਸਿਆਸੀ ਪਾਰਟੀਆਂ ਨੇ ਭਕਾਇਆ ਹੋਇਆ, ਇਹ ਹੋਇਆ। ਪਰ ਨਹੀਂ, ਕੋਈ ਐਸੀ ਗੱਲ ਨਹੀਂ। ਬਹੁਤ ਸੂਝਵਾਨ ਸਿਆਣੇ ਸਾਡੇ ਕਿਸਾਨ ਨੇ, ਸਾਰੇ ਸਮਝਦੇ ਨੇ, ਅੱਜ ਕੋਈ ਨਿਆਣਾ ਨਹੀਂ ਹੈਗਾ ਇਸ ਯੁੱਗ ਦੇ ਵਿੱਚ। ਪਰ ਗੱਲ ਇਹ ਹੈ ਵੀ ਜਿਹੜੀ ਮੇਨ ਕਹਾਣੀ ਹੈ ਵੀ ਹੁਣ ਕਿਸਾਨ ਆਪਣਾ ਤਨੋ ਮਨੋ ਸਿਰੇ ਲੱਗ ਕੇ ਆਇਆ, ਪੂਰਾ ਅੰਤ ਦੇਖ ਕੇ ਵੀ ਹੁਣ ਜੇ ਕੋਈ ਮਾੜੀ ਮੋਟੀ ਗੱਲ ਕੱਚੀ ਰਹਿ ਗਈ ਵੀ ਇੱਥੋਂ ਉੱਠ ਕੇ ਨਹੀਂ ਜਾਏਗਾ, ਭਾਵੇਂ ਹੁਣ ਸਾਰੀ ਕੋਈ ਕੁਝ ਵੀ ਹੋ ਜੇ। ਇੱਕ ਮੈਂ ਗੱਲ ਹੋਰ ਪੁੱਛਣਾ ਚਾਹਾਂਗਾ, ਤੁਸੀਂ ਇੰਨੇ ਪੁਰਾਣੇ ਖੇਤੀ ਵੀ ਕਰਦੇ ਰਹੇ ਹੋ, ਉਮਰਾਂ ਵੀ ਤੁਹਾਡੀਆਂ ਇੰਨੀ ਹੈਗੀਆਂ, ਤੁਸੀਂ ਕਾਨੂੰਨ ਦੇ ਬਰੀਕੀਆਂ ਵੀ ਪੜ੍ਹੀ ਹੋਣੀ, ਜਾਂ ਤੁਹਾਡੇ ਬੱਚਿਆਂ ਨੇ ਦੱਸੀ ਹੋਣੀਆਂ, ਕਿ ਤੁਸੀਂ ਡਿਸਕਸ ਵੀ ਕੀਤਾ ਹੋਣਾ। ਕਿਆ ਤੁਹਾਨੂੰ ਲੱਗਦਾ ਕਿ ਵਾਕਈ ਹੀ ਇੱਕ ਵੀ ਕਾਨੂੰਨ 'ਚ ਇਹੋ ਜਿਹੀ ਕੋਈ ਪੁਆਇੰਟ ਨਹੀਂ ਜਿਹੜੇ ਬਿਲਕੁਲ ਹੀ ਤੁਹਾਨੂੰ ਸੂਟ ਕਰਦੇ ਹੋਣ? ਇਹ ਤਾਂ ਜੀ ਕਾਨੂੰਨ ਦੇਖੋ, ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹ ਫੇਲ ਹੋਇਆ ਕਾਨੂੰਨ ਹੈ ਜਿਹੜਾ ਉਰੇ ਲਾਗੂ ਕਰਨਾ ਚਾਹ ਰਿਹਾ ਹੈ। ਬਾਕੀ ਦੂਜੇ ਮਤਲਬ ਇਹ ਹੈ ਵੀ ਸੁਪਰੀਮ ਕੋਰਟ ਦੇ ਵਕੀਲ ਆ ਕੇ ਵੀ ਇਹਦੇ ਸਾਡੇ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਆ, ਉਹ ਵੀ ਕਹਿ ਰਹੇ ਆ ਵੀ ਇਹ ਕਿਸਾਨ ਦੇ ਬਹੁਤ ਨੁਕਸਾਨਦੇਹ ਹੈ, ਵੀ ਇਹ ਤਾਂ ਇੱਕ ਮੌਤ ਦੇ ਵਾਰੰਟੀ ਸਮਝ ਲਓ। ਪਰ ਦੂਜੀ ਗੱਲ ਇਹ ਹੈ ਵੀ ਜਦ ਹੁਣ ਸਾਡੀ ਜੇ ਮੰਡੀ ਦੇ ਵਿੱਚ ਜਿਹੜਾ MSP ਖਤਮ ਹੋ ਗਈ, ਜੇ ਸਾਡੀ ਜਿਣਸ ਨਾ ਕਿਸੇ ਨੇ ਚੁੱਕੀ, ਵੀ ਹੋਰ ਕਿਸਾਨ ਦੇ ਕੋਲ ਜਿਣਸੇ ਆ, ਹੋਰ ਤਾਂ ਕੋਈ ਸਿਸਟਮ ਕਰ ਵੀ ਨਹੀਂ ਸਕਦੇ। ਸਾਡੇ ਤਾਂ ਮੁੰਡੇ ਆ ਜਿਹੜੇ ਪਹਿਲਾਂ ਵੀ ਤੰਗੀ ਦੇ ਕਰਕੇ ਸਾਰੇ ਬਾਹਰਲੇ ਦੇਸ਼ਾਂ ਨੂੰ ਜਾਈ ਜਾਂਦੇ ਆ, ਪਰ ਜਿਹੜੀ ਆਉਣ ਵਾਲੀ ਨਸਲਾਂ ਨੇ ਉਹ ਸਾਨੂੰ ਜ਼ਰੂਰ ਫਿਰ ਫਟਕਾਰਿਆ ਕਰਨਗੀ ਵੀ ਤੁਸੀਂ ਜਾ ਕੇ ਕੁਝ ਨਹੀਂ ਕੀਤਾ। ਅਸੀਂ ਤਾਂ ਕਰਕੇ ਇੱਥੇ ਇਹ ਜਿਹੜਾ ਮੈਂ ਲਫ਼ਜ਼ ਤੁਹਾਨੂੰ ਬੋਲਿਆ, ਅਸੀਂ ਬੋਲਣਾ ਨਹੀਂ ਸੀ ਵੀ ਅਸੀਂ ਸਿਰ ਧੜ ਦੀ ਬਾਜੀ ਲਾ ਸਕਦੇ ਹਾਂ, ਪਰ ਸਾਡੇ ਫਿਰ ਨਸਲਾਂ ਸਾਨੂੰ ਬਹੁਤ ਖਰਾਬ ਉਹ ਕਹਿਣਗੀਆਂ ਵੀ ਇਹਨਾਂ ਨੇ ਕੁਝ ਕਰਿਆ ਨਹੀਂ, ਵੀ ਹੁਣ ਅਸੀਂ ਫੈਸਲਾ ਜਿੱਤ ਦਾ ਲੈ ਕੇ ਜਾਵਾਂਗੇ। ਇਹ ਗੱਲ ਉਹੀ ਹੈ ਕਿ ਜੀ ਫੈਸਲਾ ਜਿਹੜਾ ਹੈ ਉਹ ਦੱਸਦਾ, ਇਹਨਾਂ ਦੇ ਆਗੂ ਵੀ ਉਸੇ ਹਿਸਾਬ ਨਾਲ ਹੀ ਮੀਟਿੰਗ 'ਚ ਜਾਂਦੇ ਨੇ ਔਰ ਉਹੀ ਗੱਲ ਕਰਦੇ ਨੇ, ਕਿਉਂਕਿ ਪਹਿਲਾਂ ਵੀ ਅੰਦੋਲਨ ਹੋਏ ਨੇ। ਇਹੀ ਗੱਲ ਅਸੀਂ ਇਸ ਅੰਦੋਲਨ 'ਚ ਵੀ ਦੇਖੀ ਹੈ ਕਿ ਸਾਰੇ ਆਗੂ ਜਾ ਕੇ ਇੱਕੋ ਹੀ ਗੱਲ ਰੱਖਦੇ ਨੇ, ਕੋਈ ਉਹਨਾਂ ਵਿੱਚ ਮਤਭੇਦ ਨਹੀਂ, ਜਿਹੜਾ ਪਹਿਲਾਂ ਕਈ ਵਾਰ ਹੁੰਦਾ ਸੀਗਾ, ਹੁਣ ਆਗੂਆਂ 'ਚ ਵੀ ਮਤਭੇਦ ਨਹੀਂ ਹੈਗਾ। ਨਹੀਂ ਜੀ, ਬਹੁਤ ਅੱਛੀ ਗੱਲ ਹੈ ਜੀ। ਪਹਿਲਾਂ ਸਾਨੂੰ ਵੀ ਇਸ ਗੱਲ ਦਾ ਜਵਾਬ ਦੇ ਹੁੰਦੇ ਸੀ ਵੀ ਤੁਸੀਂ ਜਿਹੜੇ ਕਿਸਾਨ ਹੋ, ਜਥੇਬੰਦੀਆਂ ਲੈਦੀਆਂ ਹੋ, ਵੀ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ। ਪਰ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਵੀ ਸਾਡੇ ਜਿਹੜੇ ਨੇਤਾ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਰੱਬ ਵਸਿਆ, ਵੀ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਲੜਾਈ ਲੜ ਰਹੇ ਹਾਂ। ਪਰ ਸੱਚੀ ਲੜਾਈ ਹੈ ਸਾਡੀ ਕਿਸਾਨਾਂ ਦੀ। ਸੱਚੀ ਲੜਾਈ ਦੇ ਵਿੱਚ ਦੂਜਾ ਬੰਦਾ ਜਵਾਬਦੇਹ ਨਹੀਂ ਹੋ ਸਕਦਾ, ਉਹਨੂੰ ਲੜਨਾ ਹੀ ਪਏਗਾ, ਲੜਨੇ ਪਏ ਨੇ। ਇਹ ਗੱਲ ਬਿਲਕੁਲ ਹੈ ਕਿ ਜੀ ਲੜਨਾ ਹੀ ਪਏਗਾ। ਔਰ ਹੁਣ ਦੇਖਦੇ ਕਿ ਮੀਟਿੰਗ ਦਾ ਨਤੀਜਾ ਜਿਹੜਾ ਹੈਗਾ ਉਹ ਕੀ ਨਿਕਲਦਾ ਹੈ। ਔਰ ਮੀਟਿੰਗ ਜਿਹੜੀ ਹੈਗੀ ਲਗਾਤਾਰ ਜਾਰੀ ਹੈ, 6.5-7 ਘੰਟੇ ਹੋ ਗਏ ਨੇ ਮੀਟਿੰਗ ਚੱਲਦੀ ਪਈ, ਔਰ ਕਹਿੰਦੇ ਕਿ ਗੱਲ 'ਚ ਹੀ ਗੱਲ ਨਿਕਲੇਗੀ, ਕਿੱਥੇ ਤੁਰੇਗੀ, ਕਿੰਨੀ ਗੱਲ ਤੁਰੇਗੀ ਉਹ ਜਲਦੀ ਪਤਾ ਚੱਲੇਗਾ। ਨਿਊਜ਼ 18 ਤੁਹਾਨੂੰ ਪਲ ਪਲ ਦੀ ਜਾਣਕਾਰੀ ਦੇ ਰਿਹਾ, ਔਰ ਐਕਸਕਲੂਸਿਵ ਜਾਣਕਾਰੀ ਵੀ ਦਿੱਤੀ ਹੈ ਕਿ 3 ਮੰਤਰੀ ਜਿਹੜੇ ਹੈਗੇ ਨੇ ਵੱਖ ਮੀਟਿੰਗ ਕਰ ਰਹੇ ਨੇ, ਦੇਖ ਰਹੇ ਨੇ ਕਿ ਕਿੱਦਾਂ ਇਸ ਚੀਜ਼ ਦਾ ਹੱਲ ਕੱਢਿਆ ਜਾਵੇ। ਆਗੂ ਉੱਥੇ ਮੌਜੂਦ ਨੇ, ਲਗਾਤਾਰ ਮੀਟਿੰਗ ਦਾ ਦੌਰ ਜਾਰੀ ਹੈ। ਜੋ ਬਿਲਕੁਲ ਤੇ ਮੀਟਿੰਗਾਂ ਦਾ ਦੌਰ ਜਾਰੀ ਹੈ। ਅਸੀਂ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨ ਇਸ ਸਮੇਂ ਸੋਚ ਕੇ ਰਹੇ ਨੇ, ਜਦੋਂ ਪਤਾ ਲੱਗਦਾ ਉਹਨਾਂ ਨੂੰ ਕਿ 7 ਘੰਟੇ ਹੋ ਗਏ ਨੇ ਮੀਟਿੰਗ ਦੇ, ਤਾਂ ਉਸ ਤੋਂ ਬਾਅਦ ਉਹਨਾਂ ਦਾ ਰੁਝਾਨ ਕੀ ਹੁੰਦਾ ਹੈ। ਤਾਂ ਇਸ ਸਮੇਂ ਵੱਡੀ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ, ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਸਮੇਂ ਕੀ ਅਪਡੇਟ ਹੈ। ਵਿਗਿਆਨ ਭਵਨ ਤੇ ਨਜ਼ਰ ਸਾਡੀ ਲਗਾਤਾਰ ਬਣੀ ਹੋਈ ਹੈ। ਜਿਵੇਂ ਕਿਸਾਨਾਂ ਦੀ ਮੀਟਿੰਗ ਖਤਮ ਹੋਏਗੀ ਤਾਂ ਫੌਰੀ ਤੌਰ ਦੇ ਉੱਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੀ ਕੁਝ ਕਿਸਾਨ ਬਾਹਰ ਆ ਕੇ ਕਹਿੰਦੇ ਨੇ। ਪਰ ਇਸ ਸਮੇਂ ਵੱਡੀ ਖਬਰ ਹੈ, ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਜਾਰੀ ਹੈ। 6 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, 7 ਘੰਟੇ ਹੋ ਚੁੱਕੇ ਨੇ ਹੁਣ ਤਾਂ ਕਿਸਾਨਾਂ ਦੇ ਨਾਲ ਮੀਟਿੰਗ ਜਾਰੀ ਹੈ। ਸਰਕਾਰ ਕਿਸਾਨਾਂ ਅੱਗੇ ਆਪਣਾ ਪੱਖ ਰੱਖ ਰਹੀ ਹੈ। ਅੰਦੋਲਨ ਤੋਂ ਪਿੱਛੇ ਹਟਣ ਨੂੰ ਕਿਸਾਨ ਜਥੇਬੰਦੀਆਂ ਤਿਆਰ ਨਹੀਂ ਨੇ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਦੇ ਉੱਤੇ ਅੜੇ ਹੋਏ ਨੇ ਕਿਸਾਨ। ਕਿਸਾਨੀ ਅੰਦੋਲਨ ਦੇ ਉੱਤੇ ਨਾਨ ਸਟਾਪ ਕਵਰੇਜ, ਮਹਾ ਕਵਰੇਜ ਨਿਊਜ਼ 18 ਦੀ ਲਗਾਤਾਰ ਜਾਰੀ ਹੈ। ਇਸ ਸਮੇਂ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ। ਅੱਜ ਜਿਹੜੀ ਮੀਟਿੰਗ ਹੈ ਉਹ ਜਾਰੀ ਹੈ। ਲਾਈਵ ਅਪਡੇਟ, ਪਲ ਪਲ ਦਾ ਲਾਈਵ ਅਪਡੇਟ। ਕੁਝ ਹੀ ਪਲਾਂ ਦੇ ਵਿੱਚ ਮੀਟਿੰਗ ਖਤਮ ਹੋਏਗੀ ਤੇ ਸਭ ਤੋਂ ਪਹਿਲਾਂ ਨਿਊਜ਼ 18 ਤੇ ਪੂਰੀ ਜਾਣਕਾਰੀ ਤੁਸੀਂ ਲੈ ਸਕੋਗੇ। ਸਾਡੇ ਉੱਥੇ ਸਹਿਯੋਗੀ ਸਾਡੀਆਂ ਕਈ ਟੀਮਾਂ ਪਹੁੰਚੀਆਂ ਹੋਈਆਂ ਨੇ। ਅਸੀਂ ਇਹੀ ਕੋਸ਼ਿਸ਼ ਕੀਤੀ ਹੈ ਕਿ ਮੀਟਿੰਗ ਦੀ ਕੋਈ ਵੀ ਜਾਣਕਾਰੀ, ਕੋਈ ਵੀ ਤਸਵੀਰ ਰਹਿ ਨਾ ਜਾਵੇ ਤੁਹਾਡੇ ਤੱਕ ਪਹੁੰਚਣੀ, ਤੇ ਇਸ ਕਰਕੇ ਪੰਕਜ ਕਪਾਹੀ ਸਾਡੇ ਸਹਿਯੋਗੀ ਉੱਥੇ ਨੇ, ਰੋਹਿਤ ਬੰਸਲ ਸਾਡੇ ਸਹਿਯੋਗੀ ਵਿਗਿਆਨ ਭਵਨ ਨੇ, ਅਨੂਪ ਗੁਪਤਾ ਸਾਡੇ ਸਹਿਯੋਗੀ ਵਿਗਿਆਨ ਭਵਨ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਤੋਂ ਲਗਾਤਾਰ ਅਪਡੇਟ ਲੈ ਸਕੀਏ, ਲਗਾਤਾਰ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ। ਹੁਣ ਤੱਕ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਿਆਂ ਕਿ ਮੀਟਿੰਗ ਤਕਰੀਬਨ ਆਪਣੇ ਆਖਰੀ ਗੇੜ ਦੇ ਵਿੱਚ ਹੈ। ਉੱਥੋਂ ਉਹ ਗੱਡੀ ਵੀ ਨਿਕਲ ਚੁੱਕੀ ਹੈ ਜਿਸ ਗੱਡੀ ਦੇ ਵਿੱਚ ਸਮਾਨ ਪਹੁੰਚਿਆ, ਖਾਣ ਪੀਣ ਦਾ, ਚਾਹ ਪਹੁੰਚੀ ਕਿਸਾਨਾਂ ਦੇ ਲਈ।
ਤੇ ਥੋੜੀ ਦੇਰ ਦੇ ਵਿੱਚ ਕੁਝ ਹੀ ਪਲਾਂ ਦੇ ਵਿੱਚ ਕਿਸਾਨ ਵੀ ਬਾਹਰ ਆ ਜਾਣਗੇ। ਉਹਨਾਂ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਦੇ ਉੱਤੇ ਹੀ ਨਜ਼ਰਾਂ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਕਿਸਾਨਾਂ ਨੇ ਅੰਦਰ ਮੀਟਿੰਗ ਦੇ ਵਿੱਚ ਮੰਗ ਰੱਖੀ ਹੈ ਕਿ ਤੁਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰੋ, ਇੱਕੋ ਇੱਕ ਹੱਲ ਹੈ। ਤਾਂ ਕਿਸਾਨਾਂ ਨੇ ਮੁੜ ਆਪਣੀ ਮੰਗ ਰੱਖੀ ਹੈ ਕਿ ਰੱਦ ਕੀਤੇ ਜਾਣ ਖੇਤੀ ਕਾਨੂੰਨ। ਇਸ ਸਮੇਂ ਇੱਕ ਹੋਰ ਵੱਡੀ ਖਬਰ ਉਸ ਦਾ ਰੁਖ ਕਰਦੇ ਹਾਂ। ਖੇਤੀਬਾੜੀ ਮੰਤਰੀ ਦਾ ਇੱਕ ਵੱਡਾ ਬਿਆਨ, ਨਿਊਜ਼ 18 ਦੇ ਕੋਲ ਐਕਸਕਲੂਸਿਵ ਜਾਣਕਾਰੀ। ਖੇਤੀਬਾੜੀ ਮੰਤਰੀ ਨੇ ਸਾਫ਼ ਕਿਹਾ ਕਿ ਐਮਐਸਪੀ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਇਹ ਬਹੁਤ ਵੱਡੀ ਖਬਰ ਹੈ ਕਿ ਕਿਸਾਨ ਇਸ ਭਰੋਸੇ ਦੇ ਉੱਤੇ, ਇਸ ਬਿਆਨ ਦੇ ਉੱਤੇ ਕੋਈ ਸੰਤੁਸ਼ਟ ਹੋਣਗੇ ਕਿ ਵਾਕਈ ਹੀ ਇਹ ਸੰਤੁਸ਼ਟ ਕਰਨ ਦੇ ਲਈ ਬਿਆਨ ਕਾਫੀ ਹੈ। ਤਾਂ ਖੇਤੀ ਕਾਨੂੰਨਾਂ ਦੇ ਉੱਤੇ ਰੇੜਕੇ ਦੇ ਵਿਚਾਲੇ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹ ਕਹਿ ਰਹੇ ਨੇ ਕਿ ਕੋਈ ਵੀ ਐਮਐਸਪੀ ਦੇ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ, ਐਮਐਸਪੀ ਬਰਕਰਾਰ ਰਹੇਗੀ। ਤਾਂ ਕਿਸਾਨ ਮੰਗ ਕਰ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ, ਪਰ ਖੇਤੀਬਾੜੀ ਮੰਤਰੀ ਦੇ ਵੱਲੋਂ ਸਾਫ਼ ਕੀਤਾ ਜਾ ਰਿਹਾ ਕਿ ਜਿਹੜੇ ਐਮਐਸਪੀ ਹੈ, ਘੱਟੋ ਘੱਟ ਸਮਰਥਨ ਮੁੱਲ ਹੈ, ਉਸ ਨੂੰ ਲੈ ਕੇ ਕੋਈ ਛੇੜਛਾੜ ਨਹੀਂ ਕੀਤੀ ਜਾ ਰਹੀ। ਉਹ ਬਿਲਕੁਲ ਉਸੇ ਤਰ੍ਹਾਂ ਹੀ ਅੱਗੇ ਵੀ ਜਾਰੀ ਰਹਿਣਗੇ। ਪਰ ਦੇਖੋ ਇਸ ਸਮੇਂ ਕਿਸਾਨਾਂ ਦੀ ਮੰਗ ਕੀ ਹੈ, ਕਿਸਾਨਾਂ ਦੇ ਖਦਸ਼ੇ ਕੀ ਨੇ, ਉਹ ਸਮਝਣ ਦੀ ਜ਼ਰੂਰਤ ਹੈ। ਕਿਸਾਨ ਕਹਿ ਰਹੇ ਨੇ ਕਿ ਕੇਂਦਰ ਦੀ ਸਰਕਾਰ ਐਮਐਸਪੀ ਨਹੀਂ ਹਟਾਏਗੀ, ਐਮਐਸਪੀ ਤਾਂ ਜਾਰੀ ਰਹੇਗੀ। ਪਰ ਜੇਕਰ ਮੰਡੀ ਸਿਸਟਮ ਖਤਮ ਹੋ ਗਿਆ ਤਾਂ ਫਿਰ ਐਮਐਸਪੀ ਦਾ ਮਤਲਬ ਕੀ? ਕਿਸਾਨਾਂ ਦਾ ਇਹ ਖਦਸ਼ਾ ਕਿਉਂ ਹੈ? ਕਿਸਾਨ ਕਹਿ ਰਹੇ ਨੇ ਕਿ ਸਰਕਾਰ ਨੇ ਕਰ ਦਿੱਤਾ ਕਿ ਕੋਈ ਵੀ ਪ੍ਰਾਈਵੇਟ ਪਲੇਅਰ ਆਪਣਾ ਪੈਨ ਕਾਰਡ, ਆਧਾਰ ਕਾਰਡ ਦਿਖਾ ਕੇ ਜਿਹੜਾ ਬਿਨਾਂ ਲਾਇਸੈਂਸ ਤੋਂ ਕਿਸਾਨਾਂ ਦੀ ਫਸਲ ਖਰੀਦ ਸਕੇਗਾ। ਮਤਲਬ ਇਸ ਦਾ ਸਾਫ਼ ਹੈ ਕਿ ਜਾ ਕੇ ਕਿਸਾਨਾਂ ਦੇ ਘਰ ਤੋਂ ਵੀ ਖਰੀਦਦਾਰੀ ਹੋ ਸਕੇਗੀ। ਤਾਂ ਕਿਸਾਨਾਂ ਦਾ ਖਦਸ਼ਾ ਕਿ ਜੇਕਰ ਮੰਡੀ ਦੇ ਬਾਹਰ ਖਰੀਦ ਸ਼ੁਰੂ ਹੋ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀਆਂ ਖਤਮ ਹੋ ਜਾਣਗੀਆਂ। ਆਉਣ ਵਾਲੇ ਦਿਨਾਂ ਦਾ ਮਤਲਬ ਹੈ ਕਿ ਅਗਲੇ 2-3-4 ਸਾਲ ਦੇ ਵਿੱਚ ਮੰਡੀਆਂ 'ਚ ਕਿਸਾਨ ਆਪਣੀ ਫਸਲ ਲੈ ਕੇ ਨਹੀਂ ਜਾਣਗੇ, ਮੰਡੀਆਂ ਤੋਂ ਬਾਹਰ ਉਹਨਾਂ ਨੂੰ ਭਾਅ ਮਿਲੇਗਾ ਤਾਂ ਫਿਰ ਮੰਡੀਆਂ ਦਾ ਵਜੂਦ ਖਤਮ ਹੋ ਜਾਏਗਾ, ਆੜਤੀਆਂ ਦੇ ਕੋਲ ਨਹੀਂ ਜਾਣਗੇ ਕਿਸਾਨ, ਤਾਂ ਦਿੱਕਤ ਹੋਏਗੀ। ਤੇ ਜੇਕਰ ਮੰਡੀ ਸਿਸਟਮ ਖਤਮ ਹੋ ਗਿਆ ਤਾਂ ਸਰਕਾਰੀ ਖਰੀਦ ਖਤਮ ਹੋ ਜਾਏਗੀ, ਕਿਸਾਨਾਂ ਦਾ ਖਦਸ਼ਾ ਹੈ। ਤੇ ਕਿਸਾਨ ਕਹਿ ਰਹੇ ਨੇ ਕਿ ਜੇਕਰ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਪ੍ਰਾਈਵੇਟ ਪਲੇਅਰ ਮਨਮਾਨੀਆਂ ਕਰਨਗੇ। ਮਨਮਾਨੀ ਦਾ ਮਤਲਬ ਸਿੱਧਾ ਹੈ ਕਿ ਜੇਕਰ ਇੱਕ ਫਸਲ ਦਾ ਭਾਅ ਐਮਐਸਪੀ 2000 ਰੁਪਏ ਤੈਅ ਕਰ ਦਿੱਤਾ ਗਿਆ, ਮੰਡੀ ਦੇ ਵਿੱਚ ਕੋਈ ਖਰੀਦਦਾਰ ਨਹੀਂ ਹੈ ਜਾਂ ਕੋਈ ਮੰਡੀ ਦਾ ਵਜੂਦ ਹੀ ਨਹੀਂ ਹੈ, ਤਾਂ ਪ੍ਰਾਈਵੇਟ ਪਲੇਅਰ ਕਹੇਗਾ ਕਿ 1500 ਨੂੰ ਖਰੀਦਾਂਗਾ ਜੀ ਮੈਂ ਤੁਹਾਡੀ ਫਸਲ, ਤਾਂ ਫਿਰ 1500 ਰੁਪਏ ਦੇ ਵਿੱਚ ਵੇਚਣੀ ਹੋਏਗੀ। ਇਹ ਕਿਸਾਨ ਖਦਸ਼ਾ ਜਤਾ ਰਹੇ ਨੇ ਤੇ ਇਸੇ ਨੂੰ ਲੈ ਕੇ ਪੂਰਾ ਖਾਸ ਤੌਰ ਤੇ ਰੇੜਕਾ ਹੈ। ਮੀਟਿੰਗ ਦੇ ਉੱਤੇ ਐਕਸਕਲੂਸਿਵ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ। ਮੈਂ ਲੈ ਕੇ ਚੱਲਦਾ ਤੁਹਾਨੂੰ ਸਿੰਘੂ ਬਾਰਡਰ। ਇਸ ਸਮੇਂ ਉਮੇਸ਼ ਮੇਰੇ ਸਹਿਯੋਗੀ ਕੁਝ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ। ਉਮੇਸ਼, ਓਵਰ ਟੂ ਯੂ। ਐਮਐਸਪੀ ਨਹੀਂ ਹੋਏਗੀ ਖਤਮ। ਇਹ ਵੱਡੀ ਜਾਣਕਾਰੀ ਫਿਰ ਦੁਬਾਰਾ ਇੱਕ ਬਿਆਨ ਆਇਆ ਜੀ ਕਿ ਕ੍ਰਿਸ਼ੀ ਮੰਤਰੀ ਤੋਮਰ ਦਾ ਕਹਿੰਦੇ ਨੇ ਜੀ ਐਮਐਸਪੀ ਜਾਰੀ ਰਹੇਗੀ। ਅਸੀਂ ਬਾਰ-ਬਾਰ ਕਹਿ ਰਹੇ ਹਾਂ, ਹੁਣ ਵੀ ਫੇਰ ਕਹਿ ਰਹੇ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਇਹ ਕ੍ਰਿਸ਼ੀ ਮੰਤਰੀ ਕਹਿ ਰਹੇ ਨੇ ਕਿੰਨਾ ਕੁ ਵਜਨਦਾਰ ਗੱਲ ਹੈ? ਨਹੀਂ, ਇਹ ਤਾਂ ਸਾਨੂੰ ਕਿਸਾਨਾਂ ਵੀਰਾਂ ਨੂੰ ਸਾਰਿਆਂ ਨੂੰ ਪਤਾ ਜੀ ਐਮਐਸਪੀ ਦਾ ਰਹੂਗੀ ਜੀ। ਉਹਦਾ ਸਾਨੂੰ ਪੱਕਾ ਭਰੋਸਾ ਨਹੀਂ ਹੈਗਾ ਜੀ, ਜਿਹੜੇ ਐਮਐਸਪੀ ਹੈ ਜੀ ਉਹਦਾ ਲਿਖ ਕੇ ਦੇ ਸਾਨੂੰ ਵੇਰਵਾ ਦਿੱਤਾ ਜਾਵੇ ਜੀ ਐਮਐਸਪੀ ਦਾ ਜੀ। ਸਾਨੂੰ ਪੱਕਾ ਭਰੋਸਾ ਉਦੋਂ ਹੀ ਹੋਊਗਾ ਜੀ, ਕਹਿਣ ਵਾਲੀ ਗੱਲ ਨਾਲ ਨਹੀਂ ਕੋਈ ਗੱਲਬਾਤ ਬਣਨੀ ਜੀ। ਉਹ ਤਾਂ ਇਹੀ ਹੈ ਜੀ, ਦੇਖੋ ਕਿੰਨੀ ਦੇਰ ਤੋਂ ਤਾਂ ਕਹਿ ਹੀ ਰਹੇ ਆ, ਪਹਿਲਾਂ ਵੀ ਸੁਣੇ ਰਹੇ ਆ ਵੀ ਐਮਐਸਪੀ ਜਾਰੀ ਰਹੂਗੀ। ਐਮਐਸਪੀਆਂ ਪਹਿਲਾਂ ਵੀ ਕਿੰਨੀਆਂ 35-36 ਜਿਣਸਾਂ ਦੇ ਪਹਿਲਾਂ ਵੀ ਚੱਲਦੀਆਂ ਨੇ, ਪਰ ਉਹ ਖਰੀਦਦੇ ਤਾਂ ਨਹੀਂ ਹੈਗੇ ਹੈ ਜੀ, ਬਿਲਕੁਲ ਜਾਰੀ ਨਹੀਂ। ਐਮਐਸਪੀ ਦਾ ਗੱਲ ਇਸ ਤਰ੍ਹਾਂ ਦੇਖੋ, ਜੋ ਕਹਿੰਦੇ ਜਾਰੀ ਰਹੂਗੀ ਤੇ ਹੋਰ ਸੂਬਿਆਂ 'ਚ ਕਿਉਂ ਨਹੀਂ ਮਿਲ ਰਹੀ ਐਮਐਸਪੀ? ਇਸ ਡਰ ਜਿਹੜਾ ਸ਼ੰਕਾ ਕਿਸਾਨਾਂ ਦੇ ਆਇਆ ਹੈ ਨਾ, ਤਾਂ ਹੀ ਆਇਆ ਜੀ। ਯੂਪੀ ਬਿਹਾਰ 'ਚ ਹੁਣ ਵੀ ਫਸਲ ਵਿਕ ਰਹੀ ਹੈ, ਉਹ ਬਿਨਾਂ ਐਮਐਸਪੀ ਤੋਂ ਵਿਕ ਰਹੀ ਹੈ, ਤਾਂ ਹੀ ਤਾਂ ਹੁਣ ਸ਼ੰਕਾ ਆ ਰਹੀ ਹੈ ਵੀ ਐਮਐਸਪੀ ਰਹੂਗੀ। ਸਾਨੂੰ ਹੁਣ ਐਮਐਸਪੀ ਦੀ ਜ਼ਰੂਰਤ ਨਹੀਂ ਇਕੱਲੀ ਦੀ। ਅਸੀਂ 5 ਕਾਨੂੰਨ ਬਣਾਏ ਨੇ ਇਹਨਾਂ ਨੇ, ਅਸੀਂ 5 ਚਾਹੁੰਦੇ ਹਾਂ, 5 ਰੱਦ ਹੋਣ। ਬਿਜਲੀ ਐਕਟ ਲਾਤਾ, ਤੁਹਾਨੂੰ ਪਤਾ ਹੀ 5 ਕਾਨੂੰਨ 3 ਪਹਿਲਾਂ ਬਣਾਤੇ, ਬਿਜਲੀ ਐਕਟ ਲਾਤਾ, ਪਰਾਲੀ ਵਾਲਾ ਲਾਤਾ। ਇਹ ਕਾਹਤੋਂ ਲਾ ਰਹੀ ਹੈ ਸਰਕਾਰ? ਤੇ ਹੁਣ ਜਿਹੜੇ ਅੰਦਰ ਸੂਤਰਾਂ ਤੋਂ ਖਬਰ ਆ ਰਹੀ ਹੈ, ਸਰਕਾਰ ਵੀ ਚਾਹੁੰਦੀ ਹੈ ਇਕੱਲੇ ਪੰਜਾਬ ਤੇ ਹਰਿਆਣੇ ਦੇਣਾ ਚਾਹੁੰਦੀ ਹੈ, ਜਦ ਕਿ ਇਹ ਅੰਦੋਲਨ ਇਹ ਪੰਜਾਬ ਹਰਿਆਣਾ ਦੇ ਸੰਯੁਕਤ ਭਾਰਤ ਦਾ ਹੋ ਗਿਆ, ਸੰਯੁਕਤ ਮੋਰਚਾ ਬਣ ਗਿਆ। ਹੁਣ ਇਹ 'ਚ ਸਾਰੇ ਜਥੇਬੰਦੀਆਂ ਦੇ ਤੁਸੀਂ ਵੀ ਦੇਖਿਆ 41 ਜਥੇਬੰਦੀਆਂ ਦੇ ਉੱਥੇ ਬੈਠੇ ਨੇ ਮੈਂਬਰ, ਜਿਹੜੇ ਉਹਨਾਂ ਨੇ ਚੁਣੇ ਹੋਏ ਨੇ ਸਾਰੇ। ਤੇ ਹੁਣ ਯੂਪੀ ਵਾਲੇ ਵੀ ਸਾਰੇ, ਮੇਰੇ ਵੀਰ ਸਾਰੇ ਕਿਸਾਨਾਂ ਨੇ ਕਿਹਾ ਕਿ ਜੋ ਪੰਜਾਬ ਕਰ ਲੂਗਾ ਉਹੀ ਹੋਊਗਾ। ਹੁਣ ਪਹਿਲਾਂ ਕਿਸਾਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਲਿਖਤੀ ਤੌਰ ਤੇ ਆ ਜਾਏ। ਹਾਂ ਬਿਲਕੁਲ ਮੇਰੀ ਗੱਲ ਹੈ ਜੀ, ਦੇਖੋ ਲਿਖਤੀ ਤੌਰ ਤੇ ਆ ਜਾਊਗੀ। ਜਦੋਂ ਇਹ ਕਾਨੂੰਨ ਸਾਨੂੰ ਚਾਹੀਦੇ ਨੇ, ਖਤਮ ਹੋ ਗਈ ਸਾਡੀ ਐਮਐਸਪੀ, ਲਿਖਤੀ ਤੌਰ ਸਾਨੂੰ ਪੱਕੀ ਹੋਗੀ। ਜੇ ਪਹਿਲਾਂ ਜਿਸ ਤਰ੍ਹਾਂ ਅਸੀਂ ਇਹ ਕਹਿਣਗੇ ਕਾਨੂੰਨ ਨਹੀਂ ਰੱਦ ਕਰ ਦੇਣਗੇ, ਸਾਡੀ ਐਮਐਸਪੀ ਪੱਕੀ ਰਹਿ ਜਾਂਦੀ ਹੈ, ਸਾਨੂੰ ਜ਼ਰੂਰਤ ਹੀ ਨਹੀਂ ਕਿਸੇ ਦੀ। ਇਹ ਪ੍ਰਾਈਵੇਟ ਫੈਕਟਰ ਹੈ ਸਰ, ਹੌਲੀ ਹੌਲੀ ਦੇਖੋ ਅੱਜ ਤਾਂ ਇਹ ਕਹਿ ਰਹੇ ਨੇ ਐਮਐਸਪੀ ਦੀ ਹੈ, ਹਾਲੇ ਕਾਨੂੰਨ ਲਾਗੂ ਨਹੀਂ ਹੋਏ। ਹੁਣ ਵੀ ਹਰਿਆਣੇ ਦੇ ਪੰਜਾਬ 'ਚ ਮੇਰੇ ਸਾਰੇ ਵੀਰ ਖੜੇ ਨੇ, 200 ਰੁਪਏ ਤੋਂ ਲੈ ਕੇ
ਉਸ ਤੋਂ ਉੱਪਰ 100 ਤੱਕ ਕੱਟ ਲਾ ਕੇ ਝੋਨਾ ਵਿਕਿਆ। ਉਹਦਾ ਕਿਸਾਨ ਇਹਨਾਂ ਦਾ ਜ਼ੋਰ ਸੀਗਾ, ਤਾਂ ਕਰਕੇ ਪੰਜਾਬ 'ਚ ਕੱਟ ਕਰਨਾ ਸੀ ਬਚਾ ਸਕੇ। ਫਿਰ ਵੀ ਕੁਝ ਇਹੋ ਜਿਹੇ ਕਿਸਾਨ ਨੇ ਜਿਨ੍ਹਾਂ ਨੇ ਕਿਸੇ ਨੇ ਯੂਨੀਅਨ ਕੋਲ ਪਹੁੰਚ ਨਹੀਂ ਕੀਤੀ, ਕਿਸਾਨਾਂ ਨੇ ਇਕੱਠੇ ਨਹੀਂ ਹੋਏ, ਉੱਥੇ 200 ਰੁਪਏ ਦਾ ਕੱਟ ਲੱਗਿਆ। ਸਾਡੇ ਘਨੌਰ ਏਰੀਆ 'ਚ ਰਾਜਪੁਰੇ, ਅਸੀਂ ਮੋਹਾਲੀ ਤੋਂ ਬਿਲੋਂਗ ਕਰਦੇ ਹਾਂ, ਬਰਮੂਲ, ਇਹ ਸਾਰੇ ਮਿਲਾ ਕੇ ਨਾ 200 ਰੁਪਏ ਦਾ ਕੱਟ ਲੱਗਿਆ ਜੀਰੀ ਦੇ। ਜੀ ਬਿਲਕੁਲ ਗੌਰਵ, ਇਹ ਇੰਪੋਰਟੈਂਟ ਗੱਲ ਸੀਗੀ ਕਿ ਐਮਐਸਪੀ ਤਾਂ ਭਰੋਸਾ ਦੇ ਰਹੇ ਨੇ, ਲੇਕਿਨ ਭਰੋਸਾ ਕਾਇਮ ਕਿੱਦਾਂ ਰਹੇ? ਲਿਖਤੀ ਤੌਰ ਤੇ ਕੁਝ ਨਹੀਂ ਹੈ ਹਲੇ। ਹਾਲਾਂਕਿ ਸ਼ਾਇਦ ਇੱਕ ਫੋਨ ਕਾਲ ਆਇਆ ਹੈ, ਪਰ ਉਹ ਲੱਗਦਾ ਕਿਸੇ ਜਿੱਥੇ ਜਥੇਬੰਦੀਆਂ ਗਈ ਹੋਈ ਨੇ ਉੱਥੇ ਆਈ ਹੋਈ ਹੈ। ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਭਰੋਸਾ ਜਿਹੜਾ ਹੈਗਾ ਉਹ ਲਿਖਤੀ ਤੌਰ ਤੇ ਜੇ ਮਿਲ ਜੇ ਤਾਂ ਭਰੋਸਾ ਕਾਇਮ ਹੈ। ਲੇਕਿਨ ਕਾਨੂੰਨ ਉਹੀ ਹੈ ਕਿ ਜਿਹੜੇ ਕਾਨੂੰਨ ਬਣਾਏ ਗਏ ਨੇ ਉਹ ਰੱਦ ਕਰਨ, ਤਾਂ ਹੀ ਇੱਥੋਂ ਧਰਨਾ ਖਤਮ ਹੋਏਗਾ। ਇਹ ਸਾਫ਼ ਹੈ ਕਿਸਾਨਾਂ ਵੱਲੋਂ। ਬਿਲਕੁਲ ਤਾਂ ਕਿਸਾਨ ਜਥੇਬੰਦੀਆਂ, ਕਿਸਾਨ ਆਗੂ ਇਹ ਮੰਗ ਕਰ ਰਹੀਆਂ ਨੇ ਕਿ ਕਾਨੂੰਨ ਰੱਦ ਕਰੋ। ਤੁਸੀਂ ਕਾਨੂੰਨ ਜਿਹੜੇ 3 ਕਾਨੂੰਨ ਲੈ ਕੇ ਆਏ, ਖੇਤੀ ਕਾਨੂੰਨ, ਉਸ ਤੋਂ ਬਾਅਦ ਚਾਹੇ ਪਰਾਲੀ ਵਾਲਾ ਹੋਵੇ ਜਾਂ ਫਿਰ ਬਿਜਲੀ ਸੋਧ ਬਿੱਲ ਹੋਵੇ, ਉਸ ਨੂੰ ਵੀ ਰੱਦ ਕੀਤਾ ਜਾਵੇ। ਇਹ ਵੀ ਮੰਗ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਉਮੇਸ਼, ਤੁਹਾਡਾ ਬਹੁਤ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ। ਅਸੀਂ ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ ਵਿਗਿਆਨ ਭਵਨ ਦਿੱਲੀ ਦਾ। ਰੋਹਿਤ ਬੰਸਲ ਸਾਡੇ ਨਾਲ ਜੁੜੇ ਹੋਏ ਨੇ। ਰੋਹਿਤ ਬੰਸਲ ਕੋਲ ਇਸ ਸਮੇਂ ਮੀਟਿੰਗ ਦੀ ਕੋਈ ਜਾਣਕਾਰੀ ਹੈ? ਰੋਹਿਤ, ਓਵਰ ਟੂ ਯੂ। जी गौरव, इस वक्त की जो जानकारी आ रही है कि मीटिंग हुण तो कुछ देर बाद खत्म हो सकती है और ਜਿਹੜੇ ਮੰਤਰੀ मीटिंग तो बाहर गए हुए ਸੀਗੇ ਉਹ मीटिंग ਦੇ ਵਿੱਚ ਫਿਰ ਤੋਂ ਸ਼ਾਮਿਲ ਹੋ ਗਿਆ। ਹੁਣ मीटिंग ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦੇ ਨਾਲ ਉਹਨਾਂ ਦੇ ਅਧਿਕਾਰੀਆਂ ਦੀ ਚੱਲ ਰਹੀ ਹੈ। ਪਹਿਲਾਂ ਕੇਵਲ ਅਧਿਕਾਰੀ ਹੀ ਇਸ ਮੀਟਿੰਗ ਨੂੰ ਸੰਬੋਧਨ ਹੋ ਰਹੇ ਸਨ, ਪਰ ਹੁਣ ਜਿਹੜੇ ਕੇਂਦਰੀ ਮੰਤਰੀ ਨੇ, ਕੇਂਦਰ ਮੰਤਰੀ ਇੱਕ ਵਾਰੀ ਫਿਰ ਤੋਂ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸ਼ਾਇਦ ਲੱਗਦਾ ਕਿ ਇਸ ਮੀਟਿੰਗ ਦੇ ਵਿੱਚ ਕੋਈ ਜਿਹੜੀ ਗੱਲਬਾਤ ਕੀ ਅਪਡੇਟ ਹੁਣ ਤੱਕ ਨਿਕਲਦਾ ਉਸ ਦੇ ਵਿੱਚੋਂ ਨਿਕਲ ਕੇ ਆਏਗਾ, ਕਿਉਂਕਿ ਪਹਿਲਾਂ ਕੇਂਦਰੀ ਮੰਤਰੀ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਸਨ, ਕੇਵਲ ਅਧਿਕਾਰੀ ਹੀ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸਨ। ਸੋ ਪਲ ਦੀ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ, ਸਿੱਧੀ ਪਹੁੰਚਾ ਰਹੇ ਹਾਂ ਔਰ ਸਭ ਤੋਂ ਪਹਿਲਾਂ ਪਹੁੰਚਾ ਰਹੇ ਹਾਂ ਕਿ ਜਿਹੜੇ ਮੰਤਰੀ ਨੇ ਇੱਕ ਵਾਰ ਫਿਰ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਗਏ ਨੇ ਔਰ ਇਸ ਵਕਤ ਜਿਹੜੇ ਕਿਸਾਨਾਂ ਦੀ ਔਰ ਮੰਤਰੀਆਂ ਦੀ ਮੀਟਿੰਗ ਚੱਲ ਰਹੀ ਹੈ, ਕਿਉਂਕਿ ਮੰਤਰੀ ਬਾਹਰ ਜਾ ਕੇ ਸ਼ਾਇਦ ਕੇਂਦਰ ਦੇ ਗ੍ਰਹਿ ਮੰਤਰੀ ਔਰ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਕਿ ਕੀ ਅਪਡੇਟ ਕਿਸਾਨਾਂ ਨੂੰ ਦਿੱਤਾ ਜਾਣਾ, ਕੀ ਕਿਸਾਨਾਂ ਦੇ ਮਸਲੇ ਕਿਸ ਤਰ੍ਹਾਂ ਹੱਲ ਕੀਤੇ ਜਾਣੇ। ਔਰ ਇਸੇ ਦੇ ਵਿੱਚ ਹੀ ਜਦੋਂ ਬਿਆਨ ਆਉਂਦਾ ਕਿ ਐਮਐਸਪੀ ਖਤਮ ਨਹੀਂ ਕੀਤੀ ਜਾਏਗੀ, ਕੇਂਦਰੀ ਖੇਤੀਬਾੜੀ ਮੰਤਰੀ ਦੁਆਰਾ ਜਦੋਂ ਇਹ ਬਿਆਨ ਆਉਂਦਾ ਉਸੇ ਟਾਈਮ ਇਹ ਬਿਆਨ ਆਉਂਦਾ ਜਿਸ ਸਮੇਂ ਅਲੱਗ ਤੋਂ ਇੱਕ ਮੀਟਿੰਗ ਚੱਲ ਰਹੀ ਸੀ, ਕੇਂਦਰੀ ਮੰਤਰੀਆਂ ਦੀ ਇੱਕ ਅਲੱਗ ਤੋਂ ਮੀਟਿੰਗ ਚੱਲ ਰਹੀ ਸੀ, ਉਸੇ ਸਮੇਂ ਇਹ ਬਿਆਨ ਉਹਨਾਂ ਦਾ ਆਇਆ ਔਰ ਸਾਫ਼ ਤੌਰ ਤੇ ਇੱਕ ਵਾਰ ਫਿਰ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਸ਼ਾਮਿਲ ਹੋ ਗਏ ਨੇ। ਸੋ ਦੇਖਣਾ ਹੀ ਰਹੇਗਾ ਕਿ ਜਿਹੜੇ ਕਿਸਾਨ ਆਪਣੀ ਮੰਗ ਤੇ ਅੜੇ ਹੋਏ ਨੇ ਕਿ ਬਿੱਲ ਰੱਦ ਕੀਤੇ ਜਾਣ, ਦੂਜੇ ਪਾਸੇ ਕੇਂਦਰ ਵੱਲੋਂ ਕਿਹਾ ਜਾ ਰਿਹਾ ਕਿ ਸੋਧ ਕੀਤੀ ਜਾ ਸਕਦੀ ਹੈ ਜਾਂ ਜਿਹੜੀ ਐਮਐਸਪੀ ਆ ਉਸ ਦੀ ਗਾਰੰਟੀ ਦਿੱਤੀ ਜਾ ਸਕਦੀ ਹੈ। ਕੀ ਕੋਈ ਵਿਚਕਾਰ ਦਾ ਰਾਸਤਾ ਨਿਕਲਦਾ, ਜਾਂ ਨਹੀਂ, ਜਾਂ ਇਹੀ ਮੀਟਿੰਗਾਂ ਦਾ ਦੌਰ ਇਸੇ ਤਰ੍ਹਾਂ ਜਾਰੀ ਰਹੇਗਾ, ਇਹ ਫਿਲਹਾਲ ਦੇਖਣਾ ਹੋਏਗਾ। ਪਰ ਫਿਲਹਾਲ ਜੋ ਜਾਣਕਾਰੀ ਆ ਰਹੀ ਹੈ ਕਿ ਮੰਤਰੀ ਇੱਕ ਵਾਰ ਫੇਰ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਜੀ ਬਿਲਕੁਲ, ਤਾਂ ਇਸ ਸਮੇਂ ਇੱਕ ਵੱਡੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ। ਦੇਖੋ ਪਿਛਲੇ ਅੱਧੇ ਪੌਣੇ ਘੰਟੇ ਦੇ ਵਿੱਚ ਕੀ ਹੋਇਆ, ਜਿਵੇਂ ਰੋਹਿਤ ਸਾਨੂੰ ਲਗਾਤਾਰ ਜਾਣਕਾਰੀ ਦੇ ਰਹੇ ਨੇ। ਇਸ ਸਮੇਂ ਜਾਣਕਾਰੀ ਹੈ ਕਿ ਇੱਕ ਵਾਰ ਮੁੜ ਤੋਂ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ, ਇੱਕ ਵਾਰ ਮੁੜ ਤੋਂ ਮੀਟਿੰਗ ਦੇ ਵਿੱਚ ਰੇਲ ਮੰਤਰੀ ਪੀਯੂਸ਼ ਗੋਇਲ, ਇੱਕ ਵਾਰ ਮੁੜ ਤੋਂ ਮੀਟਿੰਗ ਦੇ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਵਾਪਸ ਆ ਕੇ ਸ਼ਾਮਲ ਹੋ ਗਏ ਨੇ। ਵੱਡੀ ਖਬਰ ਇਸ ਕਰਕੇ ਵੀ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚੋਂ ਜਦੋਂ ਮੀਟਿੰਗ ਚੱਲ ਰਹੀ ਸੀ ਟੀ ਬ੍ਰੇਕ ਤੋਂ ਬਾਅਦ, ਤਾਂ ਹੁਣ ਤੋਂ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਇਹ ਤਿੰਨੋਂ ਮੰਤਰੀ ਉੱਠ ਕੇ ਬਾਹਰ ਜਾਂਦੇ ਨੇ ਤੇ ਆਪਸ ਦੇ ਵਿੱਚ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ। ਜੋ ਇਸ ਸਮੇਂ ਕਿਆਸ ਲਗਾਏ ਜਾ ਰਹੇ ਨੇ ਉਹ ਕਿਆਸ ਇਹੀ ਲਗਾਏ ਜਾ ਰਹੇ ਨੇ ਕਿ ਜਿਹੜੀ ਬਾਹਰ ਜਾ ਕੇ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਫੀਡਬੈਕ ਦੇਣ ਦੀ ਕੋਸ਼ਿਸ਼ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਕਿਉਂਕਿ ਅਮਿਤ ਸ਼ਾਹ ਲੱਗ ਰਿਹਾ ਸੀ ਕਿ ਪਹਿਲਾਂ ਪਹੁੰਚਣਗੇ ਤਾਂ ਅਮਿਤ ਸ਼ਾਹ ਨਹੀਂ ਪਹੁੰਚੇ ਮੀਟਿੰਗ ਦੇ ਵਿੱਚ, ਤਾਂ ਹੋ ਸਕਦਾ ਹੈ ਕਿ ਜਾਣਕਾਰੀ ਦਿੱਤੀ ਗਈ ਹੋਵੇ ਕਿਉਂਕਿ ਅੱਜ ਕੱਲ੍ਹ ਟੈਕਨੀਕ ਬਹੁਤ ਸਾਨੂੰ ਪਤਾ ਹੈ ਕਿ ਫੌਰੀ ਤੌਰ ਦੇ ਉੱਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨਾ, ਗੱਲਬਾਤ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ, ਵੀਡੀਓ ਚੈਟ ਜਿਸ ਨੂੰ ਅਸੀਂ ਕਹਿ ਸਕਦੇ ਹਾਂ, ਉਸ ਦੇ ਜ਼ਰੀਏ ਹੋ ਸਕਦਾ ਕਿ ਪਹਿਲਾਂ ਹੀ ਇੰਤਜ਼ਾਮ ਰੱਖੇ ਗਏ ਹੋਣ ਦੂਜੇ ਕਮਰੇ ਦੇ ਵਿੱਚ ਜਿੱਥੇ ਤਿੰਨੋਂ ਮੰਤਰੀ ਪਹੁੰਚੇ, ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਤੇ ਜੋ ਕਿਆਸ ਲਗਾਏ ਜਾ ਰਹੇ ਨੇ ਕਿ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੋ ਸਕਦੀ ਹੈ। ਉਸ ਪੂਰੀ ਗੱਲਬਾਤ ਤੋਂ ਬਾਅਦ ਵਾਪਸ ਆ ਕੇ ਮੀਟਿੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸ਼ਾਮਲ ਹੋ ਗਏ ਨੇ। ਵੱਡੀ ਖਬਰ ਇਸ ਕਰਕੇ ਵੀ ਹੈ ਕਿ ਕੁਝ ਹੀ ਪਲਾਂ ਦੇ ਵਿੱਚ ਮੀਟਿੰਗ ਖਤਮ ਹੋ ਜਾਏਗੀ ਤੇ ਉਸ ਦੇ ਵਿੱਚ ਕੀ ਹੱਲ ਨਿਕਲਿਆ, ਕੀ ਗੱਲ ਹੋਈ, ਅੱਗੇ ਕੀ ਗੱਲਬਾਤ ਹੋ ਸਕਦੀ ਹੈ, ਕਿਸਾਨਾਂ ਦਾ ਅੱਗੇ ਦਾ ਕਿਹੋ ਜਿਹਾ ਰੁਖ ਰਹਿੰਦਾ ਹੈ, ਕੇਂਦਰ ਦੀ ਸਰਕਾਰ ਦਾ ਅੱਜ ਦਾ ਰੁਖ ਕਿਹੋ ਜਿਹਾ ਸੀ, ਕਿਸਾਨ ਹੁਣ ਕੀ ਸੋਚ ਰਹੇ ਨੇ, ਅੱਜ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਹੈ, ਪੂਰੇ ਹਰ ਇੱਕ ਸਵਾਲ ਜਵਾਬ ਹੋਏਗਾ। ਪੂਰੇ ਦਿਨ ਦਾ ਅਸੀਂ ਤੁਹਾਨੂੰ ਅਪਡੇਟ ਲਗਾਤਾਰ ਦੇ ਰਹੇ ਹਾਂ, ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਰੇੜਕਾ ਕਿਉਂ ਹੈ, ਕਿਉਂ ਆਖਿਰ ਇਹਨਾਂ ਵਿਰੋਧ ਕੀਤਾ ਜਾ ਰਿਹਾ ਹੈ ਇਹਨਾਂ ਖੇਤੀਬਾੜੀ ਕਾਨੂੰਨਾਂ ਦਾ। ਜੋ ਮੈਂ ਜ਼ਿਕਰ ਕਰ ਰਿਹਾ ਸੀ ਐਮਐਸਪੀ ਦਾ ਤੇ ਦੂਜੇ ਪਾਸੇ ਸਰਕਾਰੀ ਖਰੀਦ ਦਾ, ਤਾਂ ਦੇਖੋ ਹਰ ਫਸਲ ਦੇ ਉੱਤੇ
ਤਕਰੀਬਨ 30,000 ਕਰੋੜ ਰੁਪਇਆ CCL ਕੇਂਦਰ ਦੇ ਵੱਲੋਂ ਦਿੱਤੀ ਜਾਂਦੀ ਹੈ ਤੇ ਉਸ ਦੇ ਜ਼ਰੀਏ ਪੰਜਾਬ ਸਰਕਾਰ ਜਾਂ ਕੇਂਦਰੀ ਏਜੰਸੀਆਂ ਖਰੀਦ ਕਰਦੀਆਂ ਨੇ ਪੰਜਾਬ ਦੇ ਵਿੱਚ ਫਸਲ ਦਾ, ਹਰਿਆਣਾ ਦੇ ਵਿੱਚ ਫਸਲ ਦਾ। ਤਾਂ ਹਰ 6 ਮਹੀਨੇ ਬਾਅਦ CCL ਦਿੱਤੀ ਜਾਂਦੀ ਹੈ। ਤਾਂ ਪੰਜਾਬ ਦੇ ਵਿੱਚ ਜਿਹੜੀ ਸਰਕਾਰੀ ਖਰੀਦ ਹੈ ਉਹ ਹੁੰਦੀ ਹੈ, ਬਹੁਤ ਵੱਡੀ ਗੱਲ ਹੈ। यूपी बिहार का बार-बार जिक्र तुसीं सुन रहे होवोगे क्योंकि सरकारी खरीद देश भर दे विच MSP दे उत्ते केवल सरकारी खरीद दा MSP दा 7 ਤੋਂ 8% किसान ने, 8% किसान ने जिन्हां नूं फायदा हुंदा ते उहनां दे विच ज़्यादातर पंजाब, हरियाणा ते नाल ही यूपी दा कुछ हिस्सा जिथे सरकारी खरीद हुंदी है सिर्फ उत्थे तक सीमित है। फिर चाहे कणक होवे, झोना होवे या कोई होर फसल होवे, उसकी सरकारी खरीद नहीं रहिंदी है। एक बार फिर तो तुहानूं 4 तस्वीरां दिखाने आ, ये जरूरी है 4 तस्वीरां दिखाणियां क्योंकि चौथी तस्वीर जिहड़ी मैं दिखावांगा उत्थों बहुत उम्मीदां ने। अज चौथे दौर की गलबात जारी है। पिछले 3 मीटिंगां बेनतीजा रहियां ने। तां 4 तस्वीरां तुहानूं दिखा रहे हां हुण तक जिहड़ियां मीटिंगां होईयां ने। जिहड़ियां मीटिंगां 14 अक्तूबर नूं होई होवे, 13 नवंबर नूं, 1 दिसंबर नूं ते अज वाली 3 दिसंबर नूं। मीटिंग का हल हुण तक कुछ नहीं निकलिया। पहली 14 अक्तूबर नूं ते उस मीटिंग दे विच हल कोई नहीं निकलिया सी। करीब 2-2.5 घंटे मीटिंग हुई सी, उस तो भी शायद थोड़ी जी घट ते बाइकआउट करके किसान बाहर आ गए सी, कहा सी कि असीं खेतीबाड़ी ਸਕੱਤਰ ਦੇ ਨਾਲ ਗੱਲਬਾਤ नहीं करनी, साडे नाल मंत्री बिठाओ। उस तो बाद राउंड 2 की मीटिंग हुंदी है 13 नवंबर नूं ते उस मीटिंग दे विच 6-7 घंटे मुलाकात हुई। जिवें अज मुलाकात चल रही है उस समय भी 13 नवंबर नूं 6-7 घंटे मुलाकात हुई सी। नतीजा 0 यानी कि मीटिंग रही बेसिट्टा। उस तो बाद राउंड 3 1 दिसंबर ਨੂੰ ਹੋਇਆ, करीब 3 घंटे मीटिंग हुई है। मीटिंग ਉਹ ਵੀ ਬੇਸਿੱਟਾ ਰਹੀ ਸੀ, ਸਕਾਰਾਤਮਕ ਗੱਲਾਂ ਬਾਤਾਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ। ਉਸ ਤੋਂ ਬਾਅਦ ਰਾਉਂਡ 4 ਅੱਜ ਜਿਹੜੀ 3 ਦਸੰਬਰ ਨੂੰ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਦੇ ਉੱਪਰ ਹੁਣ ਕੁਐਸਚਨ ਮਾਰਕ ਹੈ ਕਿ ਅੱਜ ਦੀ ਮੀਟਿੰਗ ਕਿ ਬੇਸਿੱਟਾ ਰਹੇਗੀ ਜਾਂ ਕੋਈ ਨਤੀਜਾ ਨਿਕਲੇਗਾ। ਜਦੋਂ ਅਸੀਂ ਸਿਫਰ ਦਾ ਜ਼ਿਕਰ ਕਰਦੇ ਹਾਂ ਨਾ, ਸਿਫਰ ਦਾ ਮਤਲਬ ਇਹੀ ਹੈ कि कोई गलबात अगे तुरी ही नहीं, गलबात हुई है, अपनी अपनी गल रखी। उस तो बाद ये नहीं कि ठीक है आ गलबात दे उत्ते असीं राजी हो सकते हैं नहीं हो सकते, तां कि अज 0 तो अगे 1 2 3 4 वाल वधणगे कि 2-4 पौड़ियां दोवें धिरां आपस दे विच अगे वधणगियां, 2-4 कदम दोवें धिरां अगे वधियां होणगियां अज दी मीटिंग तो बाद। इस दे उत्ते नज़र है, इस दे उत्ते असीं जानकारी लैण दी कोशिश कर रहे हैं। पर 4 राउंड दी मीटिंग, 4 राउंड तुसीं कह सकते हो, चौथा राउंड तकरीबन मुकम्मल हो चुके हैं। कुछ ही पलों के मीटिंग खत्म हो जाएगी तो अपडेट असीं तुहाडे सामने रखांगे। नाल असीं जानकारी लैण दी कोशिश कर रहे हैं क्योंकि एक बार फिर तो मंत्री उत्थे पहुंच चुके ने इस मीटिंग दे विच ते मंत्रियों के वल्लों हुण की भरोसा दिता जांदा आखिरी गेट दे विच, आखिरी कुछ मिनट मीटिंग दे जिहड़े चल रहे ने। रोहित दा एक बार फिर तो रुक करदे हैं। रोहित की कुछ तुहाडे कोल अपडेट? रोहित ਫਿਲਹਾਲ ਜੋ ਕਿਸਾਨਾਂ ਦੀ ਮੀਟਿੰਗ ਹੈ ਜਾਰੀ ਹੈ, ਇਸ ਦੇ ਵਿੱਚ ਕੇਂਦਰੀ ਮੰਤਰੀ ਸ਼ਾਮਿਲ ਹੋ ਚੁੱਕੇ ਹੁਣ ਤੋਂ ਕੁਝ ਦੇਰ ਪਹਿਲਾਂ ਹੀ ਜਿਹੜੇ ਕੇਂਦਰੀ ਮੰਤਰੀ ਇਸ ਮੀਟਿੰਗ ਨੂੰ ਛੱਡ ਕੇ ਚਲੇ ਗਏ ਸੀ। ਔਰ ਜਦੋਂ ਇੱਕ ਪਹਿਲਾਂ ਚਾਹ ਦੀ ਇੱਕੋ ਹੀ ਗੱਲ ਕਹਿੰਦੇ ਨੇ ਕਿ ਮਾਸਕ ਪਾ ਕੇ ਰੱਖਣਾ, ਦੂਰੀ ਬਣਾ ਕੇ ਰੱਖਣਾ, ਇਹ ਬਹੁਤ ਜ਼ਰੂਰੀ ਹੈ। ਸੋ ਹਰ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਨੇ ਸਰਕਾਰ ਵੱਲੋਂ ਕੀਤੇ ਗਏ ਨੇ, ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜਿਹੜੀ ਨਹੀਂ ਸਰਕਾਰ ਵੱਲੋਂ। ਸਾਡੇ ਹਸਪੀਟਲਾਂ 'ਚ ਸਾਰਾ ਸਿਸਟਮ ਠੀਕ ਚੱਲ ਰਿਹਾ। ਅਸੀਂ ਹਫ਼ਤੇ 10 ਦਿਨਾਂ ਬਾਅਦ ਰਿਵਿਊ ਵੀ ਕਰਨੇ ਆ। ਸੋ ਅੱਜ ਵੀ ਜਿਹੜੀ ਮੀਟਿੰਗ ਅਸੀਂ ਕੀਤੀ ਆ, ਅਸੀਂ ਜਾਇਜ਼ਾ ਲਿਆ ਜਿਹਦੇ 'ਚ ਡਿਪਟੀ ਕਮਿਸ਼ਨਰ ਸਾਹਿਬ, ਕਮਿਸ਼ਨਰ ਪੁਲਿਸ, ਸਾਡੇ DRME, ਪ੍ਰਿੰਸੀਪਲ ਮੈਡੀਕਲ ਕਾਲਜ ਹਿਮਾਸ਼ੂ ਜੀ, ਸਾਡੇ ADC ਇਹ ਵੇਖ ਰਹੇ ਨੇ, MS ਸਾਰੇ ਹੈਡ ਜਿਹੜੇ ਨੇ ਅੱਜ ਦੀ ਮੀਟਿੰਗ 'ਚ ਸਾਰੇ ਸ਼ਾਮਲ ਸੀ। ਸੋ ਅਸੀਂ ਕਾਫੀ ਲੰਮੀ ਡਿਸਕਸ਼ਨ ਕੀਤੀ ਆ। ਜਿੱਥੇ ਵੀ ਕੋਈ ਕਮੀ ਪੇਸ਼ੀ ਆ ਉਹਨੂੰ ਦੂਰ ਕਰਨ ਲਈ ਸਾਰੇ ਇੰਤਜ਼ਾਮਾਂ ਦਾ ਜਾਇਜ਼ਾ ਅਸੀਂ ਲਿਆ। ਸੋ ਸਾਰਾ ਕੁਝ ਠੀਕ ਚੱਲ ਰਿਹਾ, ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ, ਘਬਰਾਉਣ ਦੀ ਲੋੜ ਨਹੀਂ, ਪਿਆਰ ਰੱਖਣ ਦੀ ਲੋੜ ਹੈ। ਜੇ ਕੇਸ ਥੋੜੇ ਵਧੇ ਵੀ ਆ ਸੋ ਪ੍ਰਮਾਤਮਾ ਕਰੇਗਾ ਫਿਰ ਠੀਕ ਹੋਏਗਾ ਸਭ ਕੁਝ। ਹੁਣ ਵੀ ਸਾਡੇ ਜਿਹੜੇ ਨੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਉਹ ਤਕਰੀਬਨ 4%
ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ ਰੋਹਿਤ ਦਾ। ਰੋਹਿਤ, ਅਸੀਂ ਲਗਾਤਾਰ ਬਿਆਨ ਵੀ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਓਪੀ ਸੋਨੀ ਬੋਲ ਰਹੇ ਸੀ, ਪੰਜਾਬ ਦੇ ਕੈਬਨਿਟ ਮੰਤਰੀ, ਉਹਨਾਂ ਦੇ ਵੱਲੋਂ ਵੀ ਮੰਗ ਇਹੀ ਕੀਤੀ ਜਾ ਰਹੀ ਹੈ ਕਿ ਕਾਨੂੰਨਾਂ ਦਾ ਕੋਈ ਹੱਲ ਕੀਤਾ ਜਾਵੇ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਬਿਆਨ ਲਗਾਤਾਰ ਆ ਰਹੇ ਨੇ। ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਰੁਕ ਕਰਦਾ ਹਾਂ। ਇਸ ਸਮੇਂ ਕੀ ਕੁਝ ਅਪਡੇਟ ਹੈ ਜੋ ਤੁਸੀਂ ਜਾਣਕਾਰੀ ਪਹਿਲਾਂ ਦੇ ਰਹੇ ਸੀ ਰੋਹਿਤ? ਜੀ ਫਿਲਹਾਲ ਮੈਂ ਪਹਿਲਾਂ ਜੋ ਤੁਹਾਨੂੰ ਜਾਣਕਾਰੀ ਦੇ ਰਿਹਾ ਸੀ, ਮੈਂ ਪੂਰੇ ਦਿਨ ਦੀ ਕਾਰਵਾਈ ਬਾਰੇ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਜਿੱਦਾਂ ਹੀ ਮੀਟਿੰਗ ਸ਼ੁਰੂ ਹੁੰਦੀ ਹੈ ਤਾਂ ਕਿਸਾਨਾਂ ਨੇ ਸਭ ਤੋਂ ਪਹਿਲੀ ਮੰਗ ਇਹ ਰੱਖੀ ਸੀ ਕਿ ਲੀਗਲ ਰਾਈਟ ਐਮਐਸਪੀ ਦਾ ਦਿੱਤਾ ਜਾਵੇ। ਜੇਕਰ ਐਮਐਸਪੀ ਦਾ ਲੀਗਲ ਰਾਈਟ ਨਹੀਂ ਦਿੱਤਾ ਜਾ ਸਕਦਾ ਤਾਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਦੂਜੀ ਉਹਨਾਂ ਨੇ ਜਿਹੜੀ ਮੰਗ ਰੱਖੀ ਸੀ ਕਿ ਜਿਹੜੇ ਤਿੰਨੇ ਬਿੱਲ ਹੈ ਵਾਪਸ ਕੀਤੇ ਜਾਣ। ਖਾਸ ਤੌਰ ਤੇ ਦਿੱਲੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅੰਦੋਲਨ ਤੁਸੀਂ ਛੱਡ ਦਿਓ। ਕੇਂਦਰ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਕਿ ਜਿਹੜਾ ਅੰਦੋਲਨ ਤੁਹਾਡਾ ਚੱਲ ਰਿਹਾ ਉਸ ਨੂੰ ਛੱਡ ਦਿਓ। ਤਾਂ ਉਹਨਾਂ ਨੇ ਕਿਹਾ ਅੰਦੋਲਨ ਨੂੰ ਵਾਪਸ ਕਰਨ ਦੇ ਕੇਵਲ ਦੋ ਹੀ ਤਰੀਕੇ ਨੇ। ਪਹਿਲਾ ਤਰੀਕਾ ਇਹ ਹੈ ਕਿ ਤੁਸੀਂ ਤਿੰਨੇ ਕਾਨੂੰਨਾਂ ਨੂੰ ਵਾਪਸ ਲੈ ਲਓ ਔਰ ਐਮਐਸਪੀ ਨੂੰ ਲੀਗਲ ਰਾਈਟ ਦੇ ਦਿਓ, ਅਸੀਂ ਵਾਪਸ ਚਲੇ ਜਾਵਾਂਗੇ। ਦੂਜਾ ਤਰੀਕਾ ਤੁਸੀਂ ਜੋ ਜ਼ਬਰਦਸਤੀ ਕਰਨਾ ਚਾਹੁੰਦੇ ਹੋ ਉਹ ਕਰੋ, ਅਸੀਂ ਉਸ ਦੇ ਲਈ ਤਿਆਰ ਹਾਂ, ਸਾਨੂੰ ਕੋਈ ਪਰਵਾਹ ਨਹੀਂ। ਕੇਵਲ ਦੋ ਹੀ ਤਰੀਕੇ ਤੁਹਾਡੇ ਸਾਹਮਣੇ ਵੱਜਦੇ ਨੇ। ਹੁਣ ਦੇਖਣਾ ਤੁਸੀਂ ਹੈ ਕਿ ਤੁਸੀਂ ਪਹਿਲਾ ਤਰੀਕਾ ਅਪਣਾਉਣਾ ਜਾਂ ਦੂਜਾ ਤਰੀਕਾ। ਉਸ ਤੋਂ ਅਗਲੀ ਗੱਲ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਬਿੱਲਾਂ ਵਿੱਚ ਸੋਧ ਕਰਕੇ ਤੁਸੀਂ ਕੁਝ ਕਰ ਲਓਗੇ ਤਾਂ ਅਸੀਂ ਸੋਧ ਲਈ ਤਿਆਰ ਨਹੀਂ ਹਾਂ। ਕਿਉਂਕਿ ਜਿਸ ਸਮੇਂ ਅਸੀਂ ਪੰਜਾਬ ਦੇ ਵਿੱਚ ਸੀ ਉਸ ਸਮੇਂ ਅਸੀਂ ਲਗਾਤਾਰ ਤੁਹਾਨੂੰ ਮੰਗ ਕਰ ਰਹੇ ਸੀ ਕਿ ਤੁਸੀਂ ਇਹਨਾਂ ਬਿੱਲਾਂ ਵਿੱਚ ਸੋਧ ਕਰ ਦਿਓ, ਪਰ ਤੁਸੀਂ ਸਾਡੀ ਮੰਗ ਨਹੀਂ ਮੰਨੀ। ਔਰ ਅੱਜ ਕੇਂਦਰ ਦੇ ਸਾਹਮਣੇ ਕਿਸਾਨ ਕੱਲੇ ਬਿੱਲ ਦੇ ਵੱਖ-ਵੱਖ ਪੁਆਇੰਟ ਲੈ ਕੇ ਪਹੁੰਚੇ ਸੀ। ਹਰ ਬਿੱਲ ਦੇ ਵਿੱਚ ਕਰੀਬ 15 ਕਮੀਆਂ, ਮਿਨੀਮਮ 15 ਕਮੀਆਂ ਹਰ ਬਿੱਲ 'ਚ ਗਿਣਾਈ ਗਈਆਂ। ਇੱਥੋਂ ਤੱਕ ਕਿ APMC ਐਕਟ ਦੇ ਵਿੱਚ ਤਾਂ 26 ਕਮੀਆਂ ਗਿਣਾ ਦਿੱਤੀਆਂ ਗਈਆਂ। 26 ਤੋਂ ਜ਼ਿਆਦਾ 27 ਕਮੀਆਂ ਸੀ ਜਿਹੜੀਆਂ APMC ਐਕਟ ਦੇ ਵਿੱਚ ਕੇਂਦਰ ਨੂੰ ਗਿਣਾਈ ਗਈਆਂ। ਔਰ ਕਿਤੇ ਨਾ ਕਿਤੇ ਕਿਸਾਨਾਂ ਦਾ ਜੋ ਕਹਿਣਾ ਸੀ ਕਿ ਕੇਂਦਰ ਵੀ ਉਹਨਾਂ ਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ, ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਜੇਕਰ ਇੱਕ ਬਿੱਲ ਦੇ ਵਿੱਚ 26 ਕਮੀਆਂ ਪਾਈਆਂ ਜਾ ਰਹੀਆਂ ਨੇ ਤਾਂ ਤੁਸੀਂ ਉਸ ਬਿੱਲ ਨੂੰ ਸਹੀ ਕਿੱਦਾਂ ਕਹਿ ਸਕਦੇ ਹੋ? ਤੁਹਾਡੇ ਬਿੱਲਾਂ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਿਹੜੇ ਬਿੱਲ ਦੇ ਵਿੱਚ 26 ਕਮੀਆਂ ਉਸ ਬਿੱਲ ਨੂੰ ਸੋਧ ਨਹੀਂ ਕੀਤਾ ਜਾ ਸਕਦਾ, ਬਲਕਿ ਉਸ ਬਿੱਲ ਨੂੰ ਰੱਦ ਕਰ ਦੇਣਾ ਚਾਹੀਦਾ। ਤਾਂ ਉਸੇ ਗੱਲ ਨੂੰ ਲੈ ਕੇ ਲਗਾਤਾਰ ਰੇੜਕਾ ਜਾਰੀ ਰਿਹਾ। ਉਸ ਤੋਂ ਬਾਅਦ ਕਿਸਾਨਾਂ ਨੇ ਅੱਜ ਜਿਹੜੀ ਖਾਣਾ ਸੀ ਦੁਪਹਿਰ ਦਾ ਜਾਂ ਚਾਹ ਸੀ ਉਹ ਸਰਕਾਰ ਦੀ ਨਹੀਂ ਖਾਧੀ, ਬਲਕਿ ਲੰਗਰ ਦੇ ਵਿੱਚੋਂ ਹੀ ਲੰਗਰ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉੱਥੋਂ ਹੀ ਲੰਗਰ ਆਇਆ ਔਰ ਉਸੇ ਲੰਗਰ ਦੇ ਵਿੱਚੋਂ ਹੀ ਕਿਸਾਨਾਂ ਨੇ ਲੰਗਰ ਧਰਤੀ ਤੇ ਬੈਠ ਕੇ ਛਕਿਆ। ਤਾਂ ਲਗਾਤਾਰ ਕੇਂਦਰ ਦਾ ਰੁਖ ਔਰ ਕਿਸਾਨਾਂ ਦਾ ਰੁਖ, ਜੋ ਕਿਸਾਨ ਔਰ ਕੇਂਦਰ ਆਮਣੇ ਸਾਹਮਣੇ ਨੇ, ਤਕਰੀਬਨ 3-4 ਦੌਰ ਦੀ ਜਿਹੜੀ ਮੀਟਿੰਗ ਹੈ ਲਗਾਤਾਰ ਉਹ ਚੱਲ ਰਹੀ ਹੈ ਔਰ ਲਗਭਗ ਮੀਟਿੰਗ ਆਖਰੀ ਦੌਰ ਦੇ ਵਿੱਚ ਆ ਚੁੱਕੀ ਹੈ। ਹੁਣ ਤੋਂ ਕੁਝ ਦੇਰ ਪਹਿਲਾਂ ਕੇਂਦਰ ਦੇ ਮੰਤਰੀ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਸਨ। ਜਦੋਂ ਆਖਰੀ ਦੌਰ ਦੀ ਇਹ ਮੀਟਿੰਗ ਸ਼ੁਰੂ ਹੋਈ ਹੈ ਲੱਗ ਰਿਹਾ ਸੀ ਕਿ ਸ਼ਾਇਦ ਉਹ ਕਿਸੇ ਹੋਰ ਸੀਨੀਅਰ ਅਫੀਸਰ ਨਾਲ ਜਾਂ ਸੀਨੀਅਰ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਨੇ, ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਰਹੇ ਨੇ ਕਿ ਜਿਹੜੇ ਕਿਸਾਨ ਆ ਉਹ ਇਸ ਮੰਗ ਤੇ ਅੜੇ ਹੋਏ ਨੇ, ਇਹ ਮੰਗਾਂ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ। ਜੇਕਰ ਵਿੱਚ ਦਾ ਰਾਸਤਾ ਕੱਢਣਾ ਤਾਂ ਕਿਸ ਤਰ੍ਹਾਂ ਕੱਢਿਆ ਜਾ ਸਕਦਾ। ਔਰ ਇੱਕ ਵਾਰ ਫੇਰ ਜਿਹੜੇ ਮੰਤਰੀ ਨੇ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਗਏ ਨੇ ਔਰ ਫਿਲਹਾਲ ਮੀਟਿੰਗ ਲਗਭਗ 10-15 ਮਿੰਟਾਂ ਦੇ ਵਿੱਚ ਕਿਸੇ ਵੀ ਵੇਲੇ ਮੀਟਿੰਗ ਖਤਮ ਹੋ ਸਕਦੀ ਹੈ। ਜੀ ਤਾਂ 10-15 ਮਿੰਟ ਦੇ ਵਿੱਚ ਇਹ ਮੀਟਿੰਗ ਖਤਮ ਹੋ ਸਕਦੀ ਹੈ। ਮੀਟਿੰਗ ਬਹੁਤ ਆਲਰੇਡੀ ਲੰਬੀ ਹੋ ਚੁੱਕੀ ਹੈ, ਤਕਰੀਬਨ 7.5 ਘੰਟੇ ਹੋ ਚੁੱਕੇ ਨੇ ਕਿ ਮੈਰਾਥਨ ਮੀਟਿੰਗ ਜਾਰੀ ਹੈ। 2 ਤੋਂ 3 ਵਾਰੀ ਅੰਦਰ ਟੀ ਬ੍ਰੇਕ ਲਿਆ ਗਿਆ, ਲੰਚ ਬ੍ਰੇਕ ਲਿਆ ਗਿਆ, ਜਿਸ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਨਿਊਜ਼ 18 ਪੰਜਾਬ ਦੇ ਕੋਲ ਇਸ ਸਮੇਂ ਐਕਸਕਲੂਸਿਵ ਜਾਣਕਾਰੀ, ਸਭ ਤੋਂ ਪਹਿਲਾਂ ਮੈਂ ਉਸ ਦਾ ਜ਼ਿਕਰ ਕਰਾਂ ਜੋ ਰੋਹਿਤ ਵੀ ਮੇਰੇ ਸਹਿਯੋਗੀ ਸਾਨੂੰ ਦੱਸ ਰਹੇ ਸੀ। ਦੇਖੋ ਅੰਦਰ ਮੀਟਿੰਗ ਦੇ ਉੱਤੇ ਨਜ਼ਰ ਹੈ, ਮੀਟਿੰਗ ਚਲਦੀ ਦੇ ਵਿੱਚ ਮੰਤਰੀ ਉੱਠ ਕੇ ਜਾਂਦੇ ਨੇ ਬਾਹਰ ਆਪਸ ਦੇ ਵਿੱਚ ਗੱਲਬਾਤ ਕਰਨ ਦੇ ਲਈ, ਤੇ ਉਸ ਦੌਰਾਨ ਜਿਹੜੇ ਖੇਤੀਬਾੜੀ ਸਕੱਤਰ ਦੇ ਨਾਲ ਸਵਾਲ ਜਵਾਬ ਕੀਤੇ ਗਏ, ਸਵਾਲਾਂ ਦੇ ਜਵਾਬ ਦਿੰਦੇ ਹੋਏ ਨਜ਼ਰ ਆਏ ਖੇਤੀਬਾੜੀ ਸਕੱਤਰ। ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜੇ ਮੰਤਰੀ ਨੇ ਉਹ ਵਾਪਸ ਆ ਕੇ ਮੀਟਿੰਗ ਦੇ ਵਿੱਚ ਸ਼ਾਮਲ ਹੋ ਗਏ ਨੇ। ਯਾਨੀ ਕਿ ਅੱਜ ਕੋਈ ਗੱਲਬਾਤ ਦੇ ਉੱਤੇ ਕੀ ਕੁਝ ਕਹਿਣਾ ਹੈ ਤਾਂ ਹੋ ਸਕਦਾ ਆਪਸ ਦੇ ਵਿੱਚ ਗੱਲਬਾਤ ਦੇ ਦੌਰਾਨ ਉਹਨਾਂ ਨੇ ਗੱਲਬਾਤ ਕੀਤੀ ਹੋਵੇ ਗ੍ਰਹਿ ਮੰਤਰੀ ਦੇ ਨਾਲ ਜਾਂ ਪ੍ਰਧਾਨ ਮੰਤਰੀ ਦੇ ਨਾਲ, ਉੱਥੋਂ ਵੀ ਫੀਡਬੈਕ ਲੈ ਕੇ ਉੱਥੋਂ ਵੀ ਜਿਹੜੇ ਉਹਨਾਂ ਦੀ ਚਰਚਾ ਉਹਨਾਂ ਦੇ ਨਾਲ ਵੀ ਕਰਕੇ ਤਾਂ ਅੱਗੇ ਦੀ ਰਣਨੀਤੀ ਕਿਸਾਨਾਂ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਜਾਂ ਕਿਸਾਨਾਂ ਨੂੰ ਦੱਸਿਆ ਜਾ ਸਕਦਾ ਹੈ ਕਿ ਅੱਗੇ ਦੀ ਰੂਪਰੇਖਾ ਇਹ ਰਹੇਗੀ। ਤਾਂ ਕਿਸਾਨ ਇਸ ਸਮੇਂ ਮੀਟਿੰਗ ਦੇ ਵਿੱਚ ਮੌਜੂਦ ਨੇ, ਜਿਹੜੀ 40 ਤੋਂ 41 ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ। ਦੂਜੇ ਪਾਸੇ ਰੇਲ ਮੰਤਰੀ ਪੀਯੂਸ਼ ਗੋਇਲ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਸਕੱਤਰ ਮੌਜੂਦ ਨੇ ਤੇ ਹੋਰ ਵੀ ਅਧਿਕਾਰੀ, ਪੂਰੀ ਟੀਮ, ਪੂਰਾ ਪੈਨਲ ਲੈ ਕੇ ਜਿਹੜੇ ਕੇਂਦਰ ਦੇ ਅਧਿਕਾਰੀ ਨੇ ਉਹ ਵੀ ਪਹੁੰਚੇ ਹੋਏ ਨੇ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਅੰਦੋਲਨ ਤੋਂ ਪਿੱਛੇ ਹਟਣ ਨੂੰ ਕਿਸਾਨ ਤਿਆਰ ਨਹੀਂ ਨੇ, ਪਰ ਇਸ ਸਮੇਂ ਵੱਡੀ ਖਬਰ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਜਾਰੀ ਹੈ, ਤਾਂ ਕਿ 7.5 ਘੰਟੇ ਜਾਂ 8 ਘੰਟੇ ਬਾਅਦ ਜਾਂ ਜਦੋਂ ਵੀ ਇਹ ਮੀਟਿੰਗ ਖਤਮ ਹੁੰਦੀ ਹੈ ਤਾਂ ਕਿ ਉਸ ਤੋਂ ਬਾਅਦ ਸੋਚਿਆ ਜਾਵੇ ਕਿ ਕੋਈ ਸਕਾਰਾਤਮਕ ਖਬਰ, ਕੋਈ ਚੰਗੀ ਖਬਰ ਦੇ ਨਾਲ ਬਾਹਰ ਆਉਣਗੇ ਕਿਸਾਨ, ਕਿ ਅੱਜ ਕੋਈ ਅਜਿਹਾ ਐਲਾਨ ਹੋਏਗਾ ਜਿਸ ਦੇ ਨਾਲ
ਸਿੰਘੂ ਬਾਰਡਰ ਤੇ ਬੈਠੇ ਜਾਂ ਫਿਰ ਟਿਕਰੀ ਬਾਰਡਰ ਤੇ ਬੈਠੇ ਕਿਸਾਨਾਂ ਦੀ ਵਾਪਸੀ ਸ਼ੁਰੂਆਤ ਉਸ ਦੀ ਹੋ ਪਾਏਗੀ, ਸੰਭਵ ਹੋ ਪਾਏਗਾ ਤਾਂ ਇਹ ਜ਼ਰੂਰ ਦੇਖਣਾ ਹੋਏਗਾ ਕਿ ਕਿਉਂਕਿ ਇਸ ਸਮੇਂ ਇਹ ਵੀ ਸਮਝਣ ਦੀ ਲੋੜ ਹੈ ਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸਾਨੂੰ ਕੋਈ ਅਮੈਂਡਮੈਂਟ ਨਹੀਂ ਚਾਹੀਦੀ। ਅਸੀਂ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਹਾਂ ਕਿ ਤੁਸੀਂ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਕੈਨਸਲ ਕਰੋ, ਉਹਨਾਂ ਨੂੰ ਰੱਦ ਕਰੋ। ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਰੱਦ ਕੀਤਾ ਜਾਵੇ। ਤਾਂ ਅੰਦੋਲਨ ਤੋਂ ਪਿੱਛੇ ਹਟਣ ਨੂੰ ਤਿਆਰ ਜਥੇਬੰਦੀਆਂ ਬਿਲਕੁਲ ਨਹੀਂ ਨੇ ਤੇ ਉਹਨਾਂ ਦਾ ਅੱਜ ਦਾ ਰੁਝਾਨ ਤਾਂ ਜਦੋਂ ਉਹਨਾਂ ਨੇ ਲੰਚ ਨਹੀਂ ਕੀਤਾ, ਸਰਕਾਰ ਦੇ ਵੱਲੋਂ ਉੱਥੇ ਪ੍ਰੋਵਾਈਡ ਕਰਵਾਇਆ ਗਿਆ ਖਾਣਾ ਨਹੀਂ ਖਾਇਆ, ਤਾਂ ਉਹ ਵੀ ਇੱਕ ਪ੍ਰੋਟੈਸਟ ਦਾ ਹਿੱਸਾ ਤੁਸੀਂ ਕਹਿ ਸਕਦੇ ਹੋ ਕਿ ਉਹ ਵੀ ਇੱਕ ਤਰੀਕੇ ਨਾਲ ਪ੍ਰਦਰਸ਼ਨ ਦਾ ਹਿੱਸਾ ਹੈ। ਜੇਕਰ ਕਿਸਾਨ ਅੱਜ ਸੜਕ ਦੇ ਉੱਤੇ ਬੈਠ ਕੇ ਖਾਣਾ ਬਣਾ ਰਹੇ ਨੇ, ਜੇਕਰ ਸੜਕ ਦੇ ਉੱਤੇ ਬੈਠ ਕੇ ਉਹਨਾਂ ਦੇ ਵੱਲੋਂ ਸਬਜ਼ੀਆਂ ਬਣਾਈਆਂ ਜਾ ਰਹੀਆਂ ਨੇ, ਸਬਜ਼ੀਆਂ ਕੱਟੀਆਂ ਜਾ ਰਹੀਆਂ ਨੇ, ਤਾਂ ਪ੍ਰਦਰਸ਼ਨ ਦਾ ਇੱਕ ਹਿੱਸਾ ਹੈ, ਉਹ ਪ੍ਰਦਰਸ਼ਨ ਦਾ ਇੱਕ ਤਰੀਕਾ ਹੈ। ਉਹ ਵੀ ਦੱਸਣ ਦੇ ਲਈ ਕਾਫੀ ਹੈ ਕਿ ਦੇਖੋ ਅਸੀਂ ਇਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਕਿ ਸਾਨੂੰ ਅੱਜ ਸੜਕਾਂ ਦੇ ਉੱਤੇ ਆਪਣੀ ਰੋਟੀ ਪਕਾਣੀ ਪੈ ਰਹੀ ਹੈ ਤੇ ਰੋਟੀ ਖਾਣੀ ਪੈ ਰਹੀ ਹੈ। ਤਾਂ ਅਪਡੇਟ ਲਗਾਤਾਰ ਅਸੀਂ ਪਹੁੰਚਾ ਰਹੇ ਹਾਂ। ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਸਿੰਘੂ ਬਾਰਡਰ ਦੇ ਉੱਤੇ ਵੀ ਸਾਡੇ ਸਹਿਯੋਗੀ ਤੈਨਾਤ ਨੇ। ਗਾਜ਼ੀਪੁਰ ਬਾਰਡਰ ਦੇ